ਇਹ ਜਿਹੜੀ ਸੁਸਾਇਟੀ ਅਸੀਂ ਬਣਾਈ ਆ, ਜਿਹੜੀ ਅਸੀਂ ਆ ਕੋਠੇ ਪਾਏ ਕੱਚੇ ਕੱਚੇ ਕੋਠੇ ਪਏ, ਹਾਂ ਇੱਥੇ ਅਸੀਂ ਬਿਜਲੀ ਦਾ ਇੰਤਜ਼ਾਮ ਨਹੀਂ ਰੱਖਿਆ, ਕਿਉਂਕਿ ਜਦੋਂ ਬਿਜਲੀ ਆਏਗੀ ਤੇ ਵੱਖਰੀ ਫਿਰ ਚੀਜ਼ਾਂ ਆ ਜਾਣਗੀਆਂ। ਫਿਰ ਜਦੋਂ ਵਾਸ਼ਿੰਗ ਮਸ਼ੀਨ ਆਏਗੀ, ਟੀਵੀ ਆਏਗੀ, ਉਹਨੂੰ ਲਿਆਉਣ ਵਾਸਤੇ ਪੈਸੇ ਕਮਾਣੇਗਾ, ਕੰਮ ਕਰੇਗਾ ਵਾਧੂ ਦਾ, ਐਵੇਂ ਟਾਈਮ ਵੇਸਟ ਹੋਏਗਾ, ਜ਼ਿੰਦਗੀ ਬਰਬਾਦ ਹੋ ਜਾਏਗੀ। ਰੱਬ ਵਾਲੇ ਪਾਸੇ ਵੈਸੇ ਧਿਆਨ ਨਹੀਂ ਜਾਣਾ। ਜਦੋਂ ਅਸੀਂ ਕਾਲਜ ਜਾਵਾਂਗੇ ਫਿਰ ਮਜ਼ੇ ਹੀ ਮਜ਼ੇ, ਫਿਰ ਜਦੋਂ ਕਾਲਜ ਕਰ ਲਈਦਾ, ਜਦੋਂ ਵਿਹਲੇ ਹੋ ਜਾਂਦੇ ਆ ਕਾਲਜ ਕਰਕੇ, ਫਿਰ ਕਹਿੰਦੇ ਆ ਜਦੋਂ ਨੌਕਰੀ ਲੱਗ ਜਾਏਗੀ ਮਜ਼ੇ ਹੀ ਮਜ਼ੇ। ਫਿਰ ਨੌਕਰੀ ਲੱਗ ਜਾਂਦੀ, ਕੰਮ ਕਰੋ, ਸਵੇਰੇ ਜਾਓ ਸ਼ਾਮ ਨੂੰ 5 ਵਜੇ ਆਓ। ਤੇ ਜਦੋਂ ਨੌਕਰੀ ਲੱਗ ਗਈ ਫਿਰ ਵਿਆਹ ਹੋ ਜਾਂਦਾ, ਫਿਰ ਕਹਿੰਦੇ ਮਜ਼ੇ ਹੀ ਮਜ਼ੇ। ਜਦੋਂ ਵਿਆਹ ਹੋ ਗਿਆ ਫਿਰ ਬੱਚੇ ਹੋ ਜਾਂਦੇ, ਫਿਰ ਕਹਿੰਦੇ ਜਦੋਂ ਬੱਚੇ ਹੋ ਜਾਂਦੇ ਫਿਰ ਮਜ਼ੇ ਹੀ ਮਜ਼ੇ। ਮਜ਼ੇ ਤੇ ਆਉਂਦੇ ਨਹੀਂ ਉੱਦਾਂ। ਮੇਰੇ ਕੋਲ ਸਭ ਤੋਂ ਨਾ ਕਮਾਲ ਲੱਗਿਆ ਜਿਹੜਾ ਇਹ ਕੱਚੇ ਘਰ ਦੇ ਵਿੱਚ ਤੁਸੀਂ ਰਹਿੰਦੇ ਹੋ, ਤੇ ਇਹ ਕੀ ਬਣਾਏ ਤੇ ਸਾਰੇ ਉੱਠਦੇ ਨੇ 3:30 ਵਜੇ। ਅੱਛਾ, ਕਿੰਨੇ ਵਜੇ ਤੱਕ ਆਰਤੀ ਚੱਲਦੀ ਫਿਰ? 5:15 ਹੁਣ ਤੋਂ ਬਾਅਦ 5 ਤੋਂ 7 ਵਜੇ ਤੱਕ ਜਪ ਕਰਦੇ ਨੇ। ਇਹ ਤਾਂ ਕਮਾਲ ਦਾ ਰੁਟੀਨ ਬਣਾਇਆ ਕਿ ਤਾਂ ਕਿ ਕਿਸੇ ਕੋਈ ਇਹ ਨਾ ਲੱਗੇ ਵਾਲਾ ਕਿ ਉਹਦਾ ਬੇਲਾ ਹੀ ਫਿਰਦਾ ਪਿਆ ਤੇ ਕੁਝ ਕੰਮ। ਕਿਉਂਕਿ ਖਾਲੀ ਦਿਮਾਗ ਸ਼ੈਤਾਨ ਦਾ ਘਰ ਹੁੰਦਾ ਨਾ, ਕਹਿੰਦੇ ਹਾਂ ਬਸ ਉਹ ਕੰਮ। ਕਹਿੰਦੇ ਆ ਨਾ, ਜਦੋਂ ਅਸੀਂ ਕਿਤੇ ਸਫ਼ਰ ਤੇ ਜਾਣਾ ਨਾ, ਵਾਧੂ ਸਮਾਨ ਨਹੀਂ ਲੈ ਕੇ ਜਾਈਦਾ। ਹਾਂ ਤੇ ਕਹਿੰਦੇ ਆ ਜ਼ਿੰਦਗੀ ਵੀ ਇੱਕ ਸਫ਼ਰ ਹੈ। ਕੀ ਬਾਤ ਹੈ। ਇਸੇ ਸੰਸਾਰ 'ਚ ਅਸੀਂ ਆਏ ਆ ਤੇ ਇੱਕ ਦਿਨ ਇਹ ਸਫ਼ਰ ਖਤਮ ਹੋਣਾ है। ये MBBS डॉक्टर हैं और आगे से MS की हो, सर्जरी की है, मास्टर की हो सर्जरी में। हम बाहर की बीमारी तो देख रहे हैं जो हमारे शरीर को लगी है, पर हम अपने मन की बीमारी नहीं देख पाते। हमने भी यही सोचा था कि डॉक्टरी पढ़ के हम लोगों का भला करेंगे, पर वो पॉसिबल नहीं है जब तक हम अपनी जड़ों को नहीं पहचान पाए। आप घर से जब आप पढ़े इतना MBBS MS, उन्होंने बोलने के रहा इतना पैसा लग गया, आप कहाँ जा रहे हो? जब किसी दूसरे के परिवार में होता है या हम जब किताबों में पढ़ते हैं तो हम उनकी पूजा करते हैं, पर जब हमारे अपने घर में होता है तो हम कहते हैं इसका दिमाग खराब हो। ਪੱਛਮ ਦੇ ਵਿੱਚ ਤਾਂ ਫਿਰ ਸਾਰੇ ਕੁਝ ਹੈ ਨਾ, ਰੱਜੇ ਹੋਏ ਆ, 18 ਘੰਟੇ ਕੰਮ ਕਰ ਰਹੇ ਤੇ ਸਭ ਤੋਂ ਵੱਧ ਡਿਪਰੈਸ਼ਨ ਦੀ ਦਵਾਈ ਇਸ ਟਾਈਮ ਇੰਗਲੈਂਡ 'ਚ, ਅਮਰੀਕਾ ਤੇ ਕੈਨੇਡਾ 'ਚ ਵਿਕ ਰਹੀ ਹੈ। ਫਿਰ ਉਹ ਸਾਰਾ ਕੁਝ ਕਿਉਂ ਹੈ? ਇਹ ਕੱਚੇ ਕੋਠੇ ਹੈ ना, ये तो दुनिया तरसा हॉलीवुड के बड़े बड़े एक्टर राजस्थान में आकर झुग्गियों में रह रहे हैं। ले भी नहर के कंढे पर खड़े हैं, बड़ा नज़ारा आ रहा, हवा चल रही है यार, पानी पता नहीं कित्थे ते समुंदर तो उरे है नहीं, बर्फ पिघल के आ रही है। ਮੈਨੂੰ ਇੱਕ ਬਾਤ ਯਾਦ ਆਵਾ, ਇੱਕ ਵਾਰੀ ਕਹਾਂ ਵੀ ਕਿਸੇ ਪਿੰਡ ਦੇ ਵਿੱਚ ਨਾ ਦਰਿਆ ਦਾ ਪਾਣੀ ਵੜਨ ਲੱਗ ਗਿਆ ਤੇ ਪਿੰਡ ਦੇ ਬੰਦੇ ਜਿਹੜੇ ਤੇ ਉਹ ਵਿਚਾਰੇ ਆਪਣਾ ਸਮਾਨ ਚੱਕ ਕੇ ਭੱਜ ਰਹੇ ਆ, ਜਿਹੜਾ ਵੀ ਕਾਰਾਂ ਕੁਛ ਜੋ ਵੀ ਹੈ ਤਾਂ ਉਹਨਾਂ ਦਾ ਸਮਾਨ ਸਾਰਾ ਕੁਛ, ਬੜੀਆਂ ਅਲਮਾਰੀਆਂ, ਸੋਫੇ, ਬੜਾ ਕੁਛ ਤਾਂ। ਔਰ ਜਿੱਥੇ ਦਰਿਆ ਦਾ ਪਾਣੀ ਪਾੜ ਪੈ ਰਿਹਾ ਤਾਂ ਉੱਥੇ ਇੱਕ ਮਰਾਸੀ ਬੈਠਿਆ ਹੁੱਕਾ ਪੀ ਰਿਹਾ ਤਾ। ਇੱਕ ਬੰਦਾ ਬੜਾ ਹੈਰਾਨ ਹੋਇਆ, ਉਹਨੇ ਦੇਖਿਆ ਵੀ ਇਹ ਕੀ ਹੋ ਰਿਹਾ ਬਈ। ਉਹ ਬੰਦਾ ਉਹਨੂੰ ਮਰਾਸੀ ਨੂੰ ਜਾ ਕੇ ਕਹਾ, ਯਾਰ ਬਈ ਕਮਾਲ ਹੈ, ਉਰੇ ਲੋਕ ਇੰਨੀ ਹਾਫੜਾ ਥਾਫੜੀ ਪੈ ਰਹੀ ਹੈ ਤਾਂ ਉਰੇ ਬੈਠਾ ਹੁੱਕਾ ਪੀ ਰਿਹਾ। ਕਹਾ ਬਾਤ ਪਤਾ ਕਿਆ ਹੈ, ਇਹਨਾਂ ਬੰਦਿਆਂ ਨੇ ਜਿੰਨਾ ਵੀ ਸਮਾਨ ਇਕੱਠਾ ਕਰਿਆ ਦਾ, ਕਿਸੇ ਨੇ ਠੱਗੀ ਗੱਲ ਕਰਿਆ ਹੋਣਾ, ਕਿਸੇ ਨੇ ਇਮਾਨਦਾਰੀ ਗੱਲ ਕਰਿਆ ਹੋਣਾ। ਕਹਾ ਜੋ ਸਮਾਨ ਇਹਨਾਂ की जान का खौ बन गया, ਜੇ ਤਾਂ ਸਮਾਨ ਲੈ ਕੇ ਜਾएंगे ਤਾਂ ਵੀ ਮਰेंगे ਕਿ ਪਾਣੀ ਚੜ ਰਿਹਾ, ਜੇ ਛੱਡ ਕੇ ਜਾएंगे ਇਹਨਾਂ ਦਾ ਦਿਲ में ਡੋਬੂ ਪੈਣੇ ਵੀ ਕਰੋੜਾਂ ਰੁਪਈਆ ਲੱਖਾਂ ਲਾਇਆ ਤਾਂ ਮਿੱਟੀ ਕੇ ਤਾਂ ਵੀ ਮਰेंगे। ਆਪਣਾ ਕਿਆ ਗਾ ਇੱਕ ਹੁੱਕਾ ਲੈ ਕੇ ਲੰਘ ਜਾਣਾ ਆਪਾਂ ਨੇ। ਸੋ ਮੈਨੂੰ ਲੱਗਾ ਵੀ ਅੱਜ ਦੇ ਸਮੇਂ ਦੇ ਵਿੱਚ ਇਹ ਜਿਹੜੀਆਂ ਆਪਾਂ ਚੀਜ਼ਾਂ ਇਕੱਠੀਆਂ ਕਰ ਰਹੇ ਨੇ, ਇਹ ਹਮਾਰੀ ਜਾਨ ਦਾ ਖੌਅ ਬਣ ਗਈਆਂ। ਖੁਸ਼ੀ ਦੁਰਲਭ ਹੋ ਗਈ ਹੈ, ਖੁਸ਼ੀ ਵਾਸਤੇ ਲੋਕ ਭਟਕਦੇ ਫਿਰ ਰਹੇ ਹੈ। ਸੋ ਅੱਜ ਮੈਂ ਕਿਹੋ ਜਿਹੀ ਜਗ੍ਹਾ ਤੁਹਾਨੂੰ ਲੈ ਚਲਾਂ ਜਿੱਥੇ ਬੰਦੇ ਇੱਕ ਲਹਿ ਦੀ ਜ਼ਿੰਦਗੀ ਜੀ ਰਹੇ ਹੈ, ਨਜ਼ਾਰੇ ਲੈ ਰਹੇ ਹੈ, ਪਰ ਉੱਥੇ ਚੀਜ਼ਾਂ ਦੀ ਲੋੜ ਨਹੀਂ। ਚੀਜ਼ਾਂ ਸਟੀਫਨ ਹਾਕਿੰਗ ਕਹਿ ਕੇ ਗਿਆ ਵੀ ਜਿਹੜੀ ਤਕਨੀਕ ਹੈ ਉਹੀ ਬੰਦੇ ਨੂੰ ਤਬਾਹ ਕਰ ਦੇਵੇਗੀ, ਜਿਹੜਾ ਸਾਰਾ ਕੁਝ ਚੱਲ ਰਿਹਾ। ਲੈ ਵੀ ਆਓ ਫਿਰ ਅੱਜ ਉਹਨਾਂ ਬੰਦਿਆਂ ਦੇ ਚੰਗਿਆੜੇ ਦੇਖਾਂ ਵੀ ਜ਼ਿੰਦਗੀ ਮੈਂ ਬਿਨਾਂ ਚੀਜ਼ਾਂ ਦੇ ਕਿਸ ਤਰ੍ਹਾਂ ਜਿਉਇਆ ਜਾ ਔਰ ਕਿਸ ਤਰ੍ਹਾਂ ਨਜ਼ਾਰੇ ਲਏ ਜਾ ਸਕਾਂ। ਮਰ ਪਤਾ ਉਹੀ ਖੜਾ ਨਹੀਂ ਮੁੱਕਦਾ, ਵਿਕਾਰ ਕੀ ਕਿਸ਼ਤ ਆ ਗਈ, ਘਰ ਕੀ ਕਿਸ਼ਤ ਆ ਗਈ, ਸੋਫੇ की किस्त आ गई। क्या बातें हो रहा है, वैसे भी नज़ारा ये है नहर के लबे।
अभी पहुंच गए हैं उस थॉड़ पर जिथे की मैं बात कर रहा था भी जिथे कुछ बंदे लहदी जिंदगी जी रहे हैं चीज़ों के बिना कोठियां के विच। सो अज उसी जिंदगी पर आप बातें करेंगे भी भाई ਜਿਹੜੇ बंदे रह रहे हैं वो क्या आनंद ले रहे हैं, क्या मकसद है, क्या निशाना है। हरे कृष्णा जी। हरे कृष्णा जी। की हाल चाल ने? बहुत वधिया जी। ਅਸੀਂ ਨਾ ਅਸਲ 'ਚ ਇਹਨਾਂ ਨੂੰ ਯਾਰ ਤੁਹਾਨੂੰ ਮੇਰੇ ਵਾਲੀ ਬੋਲੀ समझ आ रही ਜਿਹੜੀ मैं उरे बोलदा हाँ जी हाँ जी कोई गल नहीं जी। हमें ਇਹਨਾਂ ਨੂੰ मिले थे एक मेले के ऊपर नलास मेला लग्या वा ਜਿਹੜਾ शिवरात्रि का ਤੇ ਉੱਥੇ ਭਾਈ ਬਦਿਆ ਨੇ ਦੱਸਿਆ ਦਾ ਵੀ ਉੱਥੇ ਆਇਓ ਇਹਨਾਂ ਦਾ ਆਸ਼ਰਮ ਹੈ। हाँ जी हाँ जी। आओ जी। अपना नाम क्या है? गोकुल दास। गोकुल दास। अच्छा गोकुल दास जी ये दसो थमें तो गुरदासपुर गए हैं? हाँ जी हाँ जी। समझ आ रही मेरी बोली? हाँ जी आ रही है। कि मैं उरे वाली बोलांगा तो मैं गुरदासपुर नहीं कोई गल नहीं सारी हारमोन भी गुरदासपुर ही है। कोई गल नहीं। अच्छा ये क्या मिशन है माड़ा जा इस बारे चानना पाओ भी मतलब कि तुम उरे रह रहे हैं हरे कृष्णा मिशन है सारा कुछ दसो माड़ा जा। ਸਭ ਤੋਂ ਪਹਿਲਾਂ ਮਿਸ਼ਨ ਦੇ ਵਿੱਚ ਮੈਂ ਸਭ ਤੋਂ ਪਹਿਲਾਂ ਇਹ ਦੱਸਣਾ ਚਾਹਾਂਗਾ ਕਿ ਅੱਜ ਦੀ ਜਿਹੜੀ ਜਨਰੇਸ਼ਨ ਹੈ ਉਹਨਾਂ ਦਾ ਜਿਹੜਾ ਖਿਆਲ ਹੈ ਉਹਨਾਂ ਦੀ ਜਿਹੜੀ ਸੋਚ ਹੈ ਰੱਬ ਵਾਲੇ ਪਾਸੇ ਬਿਲਕੁਲ ਨਹੀਂ ਹੈਗੀ ਜੀ। ਸਭ ਤੋਂ ਪਹਿਲਾਂ ਤਾਂ ਅਸੀਂ ਲੋਕਾਂ ਨੂੰ ਜਾਗਰੂਕ ਕਰਨਾ ਚਾਹੁੰਦੇ ਹਾਂ ਕਿ ਭਗਵਾਨ ਤੋਂ ਬਿਨਾ ਦੁਨੀਆ ਸੁਖੀ ਨਹੀਂ ਰਹਿ ਸਕਦੀ। ਅੱਜ ਕੱਲ੍ਹ ਦੁਨੀਆ ਵਿੱਚ ਲੋਕੀ ਅਲੱਗ-ਅਲੱਗ ਵੱਖਰੀਆਂ ਚੀਜ਼ਾਂ ਸਾਇੰਟਿਸਟ ਜਿਹੜੇ ਨੇ ਇਨਵੈਂਸ਼ਨ ਕਰ ਰਹੇ ਨੇ ਹੈ ਨਾ, ਘਾਟ ਕੱਢ ਰਹੇ ਨੇ ਵੱਖਰੀ ਕਦੀ ਕੋਈ ਐਂਡਰੋਇਡ ਫੋਨ ਆ ਗਿਆ ਤੇ ਕਦੀ ਕੋਈ ਕੁਛ ਆ ਗਿਆ, ਕਦੀ ਕੁਛ ਆ ਗਿਆ। ਲੋਕਾਂ ਨੂੰ ਲੱਗ ਰਿਹਾ ਕਿ ਏਸੀ ਆ ਗਿਆ, ਅਸੀਂ ਸੁਖੀ ਹੋ ਰਹੇ ਹਾਂ ਦਿਨ ਬ ਦਿਨ, ਅਸੀਂ ਐਡਵਾਂਸ ਕਰ ਰਹੇ ਹਾਂ ਹੈ ਨਾ। ਲੇਕਿਨ ਅਸੀਂ ਪਿਛਲੇ 2 ਸਾਲ 2020 ਤੇ 2021 'ਚ ਵੇਖਿਆ ਕਿ ਕਰੋਨਾ ਵਾਇਰਸ ਜਦੋਂ ਆਇਆ ਲੋਕਾਂ ਦੇ ਕੋਲ ਸਾਡੀ ਮੈਡੀਕਲ ਸਾਇੰਸ ਇੰਨੀ ਐਡਵਾਂਸ ਹੋ ਗਈ ਹੈ ਫਿਰ ਵੀ ਉਹਨਾਂ ਨੂੰ ਇੱਕ ਛੋਟੀ ਜਿਹੀ ਬਿਮਾਰੀ ਕਰੋਨਾ ਵਾਇਰਸ ਦੀ ਵੈਕਸੀਨ ਲੱਭਣ ਲਈ ਪੂਰੇ 1.5 ਸਾਲ ਲੱਗ ਗਿਆ। ਮਤਲਬ ਜੇ ਵੇਖਿਆ ਜਾਏ ਸਾਇੰਸ ਇੰਨੀ ਐਡਵਾਂਸ ਹੋਣ ਤੋਂ ਬਾਅਦ ਵੀ ਇੱਕ ਬਿਮਾਰੀ ਛੋਟੀ ਜਿਹੀ ਬਿਮਾਰੀ ਦੀ ਵੈਕਸੀਨ ਉਹਦੀ ਦਵਾ ਲੱਭਣ ਵਾਸਤੇ ਉਹਨਾਂ ਨੂੰ ਇੰਨੇ ਟਾਈਮ ਲੱਗ ਗਿਆ ਜਿੰਨੇ ਚਿਰ 'ਚ ਕਿੰਨੀ ਦੁਨੀਆ ਮਰ ਗਈ ਹੈ ਨਾ। ਉਹ ਕਿਉਂ ਹੋਇਆ? ਕਿਉਂਕਿ ਸਭ ਤੋਂ ਪਹਿਲਾਂ ਵੱਡਾ ਕਾਰਨ ਇਹੀ ਹੈ ਕਿ ਲੋਕਾਂ ਦਾ ਵਿਸ਼ਵਾਸ ਜਿਹੜਾ ਹੈ ਭਗਵਾਨ 'ਤੇ ਉੱਠ ਰਿਹਾ। ਲੋਕੀ ਗਲਤ ਮਲਤ ਚੀਜ਼ਾਂ ਵੇਖ ਰਹੇ ਨੇ ਇੰਟਰਨੈਟ 'ਤੇ। ਸਾਇੰਸ ਨੇ ਸਾਨੂੰ ਵੱਖਰੀਆਂ ਗਲਤ ਮਲਤ ਚੀਜ਼ਾਂ ਦੇਤੀਆਂ। ਇੰਟਰਨੈਟ ਸਭ ਤੋਂ ਵੱਡੀ ਜਿਹੜੀ ਚੀਜ਼ ਹੈ ਜਿਸ ਦੇ ਨਾਲ ਲੋਕਾਂ ਦਾ ਜਿਹੜੇ ਵਿਚਾਰ ਨੇ ਉਹ ਗੰਦੇ ਹੋ ਰਹੇ ਨੇ। ਕੋਈ ਰੱਬ ਵਾਲੇ ਪਾਸੇ ਉਹਨਾਂ ਦਾ ਧਿਆਨ ਨਹੀਂ, ਕੋਈ ਭਗਤੀ ਵਾਲੇ ਪਾਸੇ ਧਿਆਨ ਨਹੀਂ। ਆਪਣੇ ਗੋਕਲ ਜੀ ਕਈ ਬੰਦੇ ਕਹਿੰਦੇ ਵੀ ਰੱਬ ਹੈ ਹੀ ਨਹੀਂ ਹੈਗਾ, ਇਹੋ ਜਿਹਾ ਰੌਲਾ ਪੈਂਦਾ। ਨਹੀਂ ਰੱਬ ਹੈਗਾ। ਨਹੀਂ ਬਹੁਤ ਸਾਰੇ ਇਹ ਵੀ ਪ੍ਰਚਾਰ ਹੁੰਦਾ। ਤੁਹਾਨੂੰ ਕੀ ਲੱਗਦਾ ਵੀ ਇਹ ਕਿੱਦਾਂ ਲੱਗਦਾ ਫਿਰ ਸੁਣ ਕੇ? ਵੇਖੋ ਜੀ ਹੁਣ ਜਿਹੜੀ ਸਾਇੰਸ ਬਿਲੀਵ ਕਰਦੀ ਹੈ ਐਕਸਪੈਰੀਮੈਂਟ ਐਂਡ ਹਾਈਪੋਥੀਸਿਸ ਮੀਨਸ ਕਿ ਸਾਇੰਸ ਕਹਿੰਦੀ ਹੈ ਕਿ ਪਹਿਲੇ ਐਕਸਪੈਰੀਮੈਂਟ ਕਰੋ ਫਿਰ ਅਸੀਂ ਵਿਸ਼ਵਾਸ ਕਰਾਂਗੇ। ਬਟ ਜ਼ਰੂਰੀ ਨਹੀਂ ਕਿ ਜੇ ਤੁਸੀਂ ਰੱਬ ਨੂੰ ਵੇਖਿਆ ਨਹੀਂ ਤੇ ਉਹਦਾ ਮਤਲਬ ਰੱਬ ਨਹੀਂ ਹੈਗਾ। ਹੁਣ ਉਹ ਤਾਰ ਜਾ ਰਹੀ ਬਿਜਲੀ ਦੀ ਤਾਰ ਦੇ ਵਿੱਚ ਬਿਜਲੀ ਜਾਂਦੀ ਹੈ, ਤੁਹਾਨੂੰ ਦਿਖਾਈ ਦਿੰਦੀ ਹੈ? ਬਿਲਕੁਲ ਨਹੀਂ। ਮਹਿਸੂਸ ਕਰੋਗੇ ਤਾਂ ਹੀ ਫਿਰ ਪਤਾ ਲੱਗੇਗਾ ਨਾ ਬਿਜਲੀ ਆ ਰਹੀ ਵਿੱਚ। ਉਸੇ ਤਰ੍ਹਾਂ ਸਾਨੂੰ ਜੇ ਰੱਬ ਨਹੀਂ ਦਿਖਾਈ ਦੇ ਰਿਹਾ ਇਹਦਾ ਮਤਲਬ ਇਹ ਥੋੜ੍ਹਾ ਨਾ ਕਿ ਰੱਬ ਨਹੀਂ ਹੈਗਾ। ਰੱਬ ਨੂੰ ਮਹਿਸੂਸ ਕੀਤਾ ਜਾਂਦਾ। ਇੱਥੇ ਬੈਠੀ 2 ਮਿੰਟ। ਹਾਂਜੀ ਆ ਜਗ੍ਹਾ ਬਹੁਤ ਵਧੀਆ। ਅੱਛਾ ਤੁਸੀਂ ਆਪਣੇ ਉਹਦੇ ਬਾਰੇ ਚਾਨਣਾ ਪਾਓ ਹਰੇ ਕ੍ਰਿਸ਼ਨਾ ਮਿਸ਼ਨ ਤੇ ਇੱਥੇ ਕਿਵੇਂ ਬਣਾਇਆ ਸਾਰਾ ਕੁਝ? ਹਰੇ ਕ੍ਰਿਸ਼ਨਾ ਮਿਸ਼ਨ ਸ਼੍ਰੀਲ ਪ੍ਰਭੂਪਾਦ ਜੀ ਨੇ ਜਿਨ੍ਹਾਂ ਨੇ ਪੂਰੇ ਦੁਨੀਆ ਦੇ ਵਿੱਚ ਇਸਕੋਨ ਦਾ ਪ੍ਰਚਾਰ ਕੀਤਾ, ਭਗਵਦ ਗੀਤਾ ਦਾ ਪ੍ਰਚਾਰ ਕੀਤਾ, ਸਨਾਤਨ ਧਰਮ ਦਾ ਪ੍ਰਚਾਰ ਕੀਤਾ। ਤੇ ਉਹਨਾਂ ਨੇ ਕਿਹਾ ਕਿ ਮੈਂ ਭਗਵਦ ਗੀਤਾ ਦਾ ਪ੍ਰਚਾਰ ਕੀਤਾ। ਜਦੋਂ ਉਹਨਾਂ ਨੇ ਆਪਣਾ ਸਰੀਰ ਛੱਡਿਆ ਤਾਂ ਉਹਨਾਂ ਨੇ ਇੱਕ ਗੱਲ ਕਹੀ ਕਿ ਮੈਂ 50% ਕੰਮ ਆਪਣਾ ਪੂਰਾ ਕੀਤਾ ਤੇ 50% ਜਿਹੜਾ ਮੇਰਾ ਕੰਮ ਹੈ ਉਹ ਰਹਿ ਗਿਆ। ਉਹ ਕੀ ਹੈ? ਉਹ ਹੈ ਸਾਡੀ ਜਿਹੜੀ ਵੈਦਿਕ ਸਿਸਟਮ ਜਿਹੜਾ ਸੀ ਨਾ ਰਹਿਣ ਵਾਲਾ ਕਿ ਮਿੱਟੀ ਦੇ ਘਰ ਹੋਣ, ਠੀਕ ਹੈ, ਸਿੰਪਲ ਲਿਵਿੰਗ ਹਾਈ ਥਿੰਕਿੰਗ, ਠੀਕ ਹੈ। ਸਿੰਪਲ ਲਿਵਿੰਗ ਹਾਈ ਥਿੰਕਿੰਗ ਸਮਝ ਆ ਰਿਹਾ ਨਾ ਕਿ ਜ਼ਿਆਦਾ ਕੋਈ ਹਾਈ ਫਾਈ ਜ਼ਿੰਦਗੀ ਨਹੀਂ ਜੀਣੀ, ਰਮਾਨ ਨਾਲ ਤੁਸੀਂ ਆਪਣੀ ਸਿੰਪਲ ਲਿਵਿੰਗ ਜੀਓ ਤੇ ਸੋਚ ਉੱਚੀ ਰੱਖੋ ਰੱਬ ਵਾਲੇ ਪਾਸੇ। ਉੱਚੀ ਮਤਲਬ ਧੁਰ ਕੀ ਬਾਣੀ ਆਈ ਜਿਸਨੇ ਸਗਲੀ ਚਿੰਤ ਮਿਟਾਈ। ਕਿ ਸਾਨੂੰ ਵਾਧੂ ਦੀਆਂ ਆਪਣੀਆਂ ਇੱਛਾਵਾਂ ਨਹੀਂ ਵਧਾਉਣੀਆਂ ਚਾਹੀਦੀਆਂ, ਆਪਣੀ ਵਾਧੂ ਦੀਆਂ ਐਵੇਂ ਭੋਗ ਵਿਰਸਤੀ 'ਚ ਨਹੀਂ ਸਾਨੂੰ ਵਿਲੀਨ ਹੋਣਾ ਚਾਹੀਦਾ। ਰੱਬ ਵਾਲੇ ਪਾਸੇ ਸਾਨੂੰ ਜ਼ਿਆਦਾ ਧਿਆਨ ਜਾਣਾ ਚਾਹੀਦਾ ਜਿਹਦੇ ਨਾਲ ਸਾਡੀ ਜਿਹੜੀ ਹੈ ਕਿ ਅਸੀਂ ਜਨਮ ਤੇ ਮ੍ਰਿਤੂ ਤੋਂ ਚੱਕਰ 'ਚੋਂ ਬਾਹਰ ਨਿਕਲਾਂਗੇ ਹੈ ਨਾ। ਜਿੱਥੇ ਹਰ ਧਰਮ 'ਚ ਇਹੀ ਹੈ ਕਿ ਅਸੀਂ ਜਨਮ ਮ੍ਰਿਤੂ 'ਚ ਤਾਂ ਫਸੇ ਹਾਂ, ਇਹ 'ਚੋਂ ਬਾਹਰ ਨਿਕਲਣਾ। ਅਤੇ ਇਹ ਜਿਹੜੀ ਸੁਸਾਇਟੀ ਅਸੀਂ ਬਣਾਈ ਹੈ, ਜਿਹੜੀ ਅਸੀਂ ਕੋਠੇ ਪਾਏ ਕੱਚੇ ਕੱਚੇ ਕੋਠੇ ਪਏ, ਹਾਂ ਇੱਥੇ ਅਸੀਂ ਬਿਜਲੀ ਦਾ ਇੰਤਜ਼ਾਮ ਨਹੀਂ ਰੱਖਿਆ ਕਿਉਂਕਿ ਜਦੋਂ ਬਿਜਲੀ ਆਏਗੀ ਅਤੇ ਵੱਖਰੀ ਫਿਰ ਚੀਜ਼ਾਂ ਆ ਜਾਣਗੀਆਂ। ਵਾਸ਼ਿੰਗ ਮਸ਼ੀਨ ਆ ਜਾਏਗੀ, TV ਆ ਜਾਏਗਾ, ਬੰਦਾ ਓਨਾ ਹੀ ਫਿਰ ਨਾ ਉਹਦੀਆਂ ਜਦੋਂ ਵਾਸ਼ਿੰਗ ਮਸ਼ੀਨ ਆਏਗੀ, TV ਆਏਗੀ, ਉਹਨੂੰ ਲਿਆਉਣ ਵਾਸਤੇ ਪੈਸੇ ਕਮਾਏਗਾ, ਕੰਮ ਕਰੇਗਾ ਵਾਧੂ ਦਾ, ਐਵੇਂ ਟਾਈਮ ਵੇਸਟ ਹੋਏਗਾ, ਜ਼ਿੰਦਗੀ ਬਰਬਾਦ ਹੋ ਜਾਏਗੀ। ਰੱਬ ਵਾਲੇ ਪਾਸੇ ਵੈਸੇ ਧਿਆਨ ਨਹੀਂ ਜਾਣਾ। ਅਤੇ ਵੱਧ ਤੋਂ ਵੱਧ ਆਪਣਾ ਸਮੇਂ ਬਚਾਈਏ ਹੈ ਨਾ।
ਤੇ ਰੱਬ ਵਾਲੇ ਪਾਸੇ ਧਿਆਨ ਲਾਈਏ। ਸਾਰੀ ਇੱਕ ਬਾਤ ਤੇ ਨਾ ਮੈਨੂੰ ਇੱਕ ਬਾਤ ਯਾਦ ਆਉਂਦੀ ਹੈ। ਥੋੜੇ ਦਿਨ ਪਹਿਲਾਂ ਇੱਕ ਵੀਡੀਓ ਦੇਖਣਾ, ਇੱਕ ਬੰਦੇ ਦੀ ਮੈਂ ਟਿੱਪਣੀ ਪੜ੍ਹੀ। ਹਾਂਜੀ ਉਹ ਬੰਦਾ ਇੱਕ ਕੈਨੇਡਾ ਗਿਆ ਵਾ ਤੇ ਉਹ ਦੱਸ ਰਿਹਾ ਵੀ ਉੱਥੇ ਬਹੁਤ ਜ਼ਿਆਦਾ ਉਦਾਸੀ ਹੈ, ਡਿਪਰੈਸ਼ਨ ਹੈ। ਹਾਂਜੀ ਤੇ ਉਹ ਬੰਦਾ ਥੱਲੇ ਟਿੱਪਣੀ ਕਰ ਰਿਹਾ ਵੀ ਹਿੰਦੁਸਤਾਨ ਦਾ ਵਿਹਲੜ ਹੈ ਲੋਕ, ਵੀ ਉਰੇ 18 ਘੰਟੇ ਕੰਮ ਕਰਦੇ ਆ ਤੇ ਉਹ ਕਰਦੇ। ਮੈਂ ਸੋਚਿਆ ਯਾਰ ਵੀ 18 ਘੰਟੇ, ਉਹ ਬੰਦੇ ਦੀ ਟਿੱਪਣੀ ਮੈਂ ਸੋਚ ਰਿਹਾ ਤਾਂ ਪੜ੍ਹ ਰਿਹਾ ਤਾ ਵੀ 18 ਘੰਟੇ ਕੰਮ ਕਰਕੇ ਹਾਂ ਕਿਸ਼ਤਾਂ ਭਰੀ ਮਕਾਨ ਦੀਆਂ, ਕਾਰ ਦੀਆਂ, ਸੋਫੇ ਦੀਆਂ, ਸਟੇਟਸ ਜਿਹੜਾ ਆਪਾਂ ਬਾਤਾਂ ਕਰ ਰਹੇ ਹਾਂ ਖੜਾ ਕਰ ਲਿਆ ਤੇ ਤਣਾਅ ਪੈਦਾ ਕਰ ਲਿਆ। ਹਾਂ ਤੇ ਉਹ ਕੰਮ ਫਿਰ ਉਹਦਾ ਨਤੀਜਾ ਕੰਮ ਦਾ ਮੈਨੂੰ ਤਾਂ ਸਮਝ ਨਹੀਂ ਆਈ। ਮੈਨੂੰ ਲੱਗਦਾ ਕੰਮ ਦਾ ਇੰਨਾ ਹੈਗਾ ਵੀ ਕੁਦਰਤ ਕਹਿੰਦੇ ਵੀ ਰੋਟੀ ਖਾਈ ਜਾਵੇ ਤੇ ਬਾਕੀ ਕੁਦਰਤ ਦਾ ਆਨੰਦ ਮਨਾਇਆ ਜਾਵੇ। ਮੈਂ ਇੱਕ ਗੱਲ ਦੱਸਾਂ ਕਿ ਇੱਕ ਵਾਰੀ ਜਦੋਂ ਅਸੀਂ ਬੱਚੇ ਹੁੰਦੇ ਆ ਨਾ, ਅਸੀਂ ਸਾਡੇ ਘਰ ਦੇ ਮਾਪੇ ਕਹਿੰਦੇ ਬੱਚੇ ਪੜ੍ਹ ਲਓ, ਜੇ ਨਹੀਂ ਪੜ੍ਹੋਗੇ ਤੇ ਰੁਲੋਗੇ। ਅਸੀਂ ਫਿਰ ਮਾਪਿਆਂ ਦੀ ਗੱਲ ਸੁਣ ਕੇ ਪੜ੍ਹਦੇ ਹਾਂ, ਫਿਰ ਸੋਚਦੇ ਜਦੋਂ ਅਸੀਂ ਵੱਡੇ ਹੋ ਜਾਵਾਂਗੇ ਫਿਰ ਸੁਖੀ ਹੋ ਜਾਵਾਂਗੇ। ਪਹਿਲਾਂ ਅਸੀਂ 10ਵੀਂ ਕਰਦੇ ਹਾਂ, ਫਿਰ ਅਸੀਂ ਕਾਲਜ ਜਾਂਦੇ ਹਾਂ। ਕਹਿੰਦੇ ਜਦੋਂ ਅਸੀਂ ਕਾਲਜ ਜਾਵਾਂਗੇ ਫਿਰ ਮਜ਼ੇ ਹੀ ਮਜ਼ੇ। ਫਿਰ ਜਦੋਂ ਕਾਲਜ ਕਰ ਲਈਦਾ, ਜਦੋਂ ਵਿਹਲੇ ਹੋ ਜਾਂਦੇ ਹਾਂ ਕਾਲਜ ਕਰਕੇ, ਫਿਰ ਕਹਿੰਦੇ ਆ ਜਦੋਂ ਨੌਕਰੀ ਲੱਗ ਜਾਏਗੀ ਮਜ਼ੇ ਹੀ ਮਜ਼ੇ। ਫਿਰ ਨੌਕਰੀ ਲੱਗ ਜਾਂਦੀ ਕੰਮ ਕਰੋ, ਸਵੇਰੇ ਜਾਓ ਸ਼ਾਮ ਨੂੰ 5 ਵਜੇ ਆਓ। ਤੇ ਜਦੋਂ ਨੌਕਰੀ ਲੱਗ ਗਈ ਫਿਰ ਵਿਆਹ ਹੋ ਜਾਂਦਾ, ਫਿਰ ਕਹਿੰਦੇ ਫਿਰ ਮਜ਼ੇ ਹੀ ਮਜ਼ੇ। ਜਦੋਂ ਵਿਆਹ ਹੋ ਗਿਆ ਫਿਰ ਬੱਚੇ ਹੋ ਜਾਂਦੇ, ਫਿਰ ਕਹਿੰਦੇ ਜਦੋਂ ਬੱਚੇ ਹੋ ਜਾਂਦੇ ਫਿਰ ਮਜ਼ੇ ਹੀ ਮਜ਼ੇ। ਮਜ਼ੇ ਤੇ ਆਉਂਦੇ ਨਹੀਂ, ਉੱਦਾਂ ਮਜ਼ੇ ਕਦੋਂ ਆਏ? ਮਜ਼ੇ ਤੇ ਆਏ ਨਹੀਂ, ਪੂਰੀ ਜ਼ਿੰਦਗੀ ਇੰਝ ਹੀ ਲੰਘ ਜਾਂਦੀ। ਕੇਸ਼ਵ ਜੀ ਆ ਜਾਓ, ਤੁਸੀਂ ਵੀ ਬਹਿ ਜਾਓ ਇੱਧਰ, ਆ ਜਾਓ। ਕੁਝ ਮਜ਼ੇ ਕਿੱਥੇ ਆ? ਮਜ਼ੇ ਤੇ ਆਏ ਨਹੀਂ, ਉਹ ਤੇ ਐਵੇਂ ਝੂਠੀ, ਸਾਨੂੰ ਮਜ਼ੇ ਹੀ ਮਜ਼ੇ। ਮਜ਼ੇ ਤੇ ਅੰਦਰ ਗੇੜਾ ਵੀ ਕੱਢੀਏ। ਹਾਂਜੀ ਹਾਂਜੀ ਚਲੋ। ਕੇਸ਼ਵ ਜੀ ਆ ਦੇਖੋ, ਬੈਠੋ। ਵੱਲ ਕੇਸ਼ਵ ਜੀ ਮੇਰੇ ਨਾਲ ਨੇ। ਤੁਹਾਡੀ ਬੋਲੀ ਬਹੁਤ ਮਿੱਠੀ ਲੱਗਦੀ ਹੈ ਤੇ ਮੈਂ ਉਹ ਬੋਲੀ ਦੇ ਵਿੱਚ ਵੀ ਬਲੇਮ ਨਾ। ਯਾਰ ਬੋਲੀਆਂ ਸਾਰੀਆਂ ਕਮਾਲ ਨੇ। ਇੱਕ ਨਾ ਜੇ ਇਹਦੇ ਇੜੇ ਤੁਸੀਂ ਰੱਖੀਏ ਸਾਹੀਵਾਲ ਗਾਏ, ਉਹ ਗੱਲ ਕਰਨਾ ਪਿਆ ਸੀ, ਮੈਂ ਥੋੜੇ ਮੁੰਡੇ ਆਏ ਸੀ ਪਹਿਲੇ ਕਿ ਉਹ ਕਹਿੰਦੇ ਕਿ ਅਸਾਂ ਘਰ ਦੇ ਵਿੱਚ ਨਹੀਂ ਬੁਲਾਉਂਦੇ। ਮੈਂ ਕਿਹਾ ਸਾਹੀਵਾਲ ਗਾਇਆ ਸੀ ਇਸ ਕਰਕੇ ਰੱਖੀਏ ਵੀ ਸਾਡੀ ਦੇਸੀ ਹੈ ਤੇ ਬੋਲੀ ਵੀ ਤਾਂ ਦੇਸੀ ਹੁੰਦੀ ਹੈ ਨਾ। ਹਾਂਜੀ ਤੇ ਬੋਲੀ ਕੋ ਬਚਾਉਣਾ ਉਨਾ ਹੀ ਜ਼ਰੂਰੀ ਹੈ ਕਿ ਨਹੀਂ? ਕੇਸ਼ਵ ਜੀ ਤੁਸੀਂ ਕਿਹ ਸਕਦੇ ਹੋ? ਅੱਛਾ ਤੁਸੀਂ ਆਪਣੇ ਬਾਰੇ ਦੱਸੋ, ਤੁਸੀਂ ਕਿਵੇਂ ਮਿਸ਼ਨ ਦੇ ਵਿੱਚ ਸ਼ਾਮਲ ਸੀਗੇ? मैं 6 साल थी मेरे को अपना राजपुरे सेंटर है ਤੇ ਉੱਥੋਂ ਦੀ ਮੈਂ ਭਗਤਾਂ ਨਾਲ ਮਿਲਿਆ, ਡਿਵੋਟੀਜ਼ ਦੇ ਨਾਲ ਉਡੋ ਦੀ ਵੱਲ ਇਹਦੇ ਆ ਗਏ। ਤੁਸੀਂ ਕਿੰਨੇ ਪੜ੍ਹੇ? ਮੈਂ ਗ੍ਰੈਜੂਏਸ਼ਨ ਕੀਤੀ ਹੋਈ ਹੈ। ਅੱਛਾ ਜਿਹੜੇ ਬਹੁਤ ਬੰਦੇ ਰਹਿੰਦੇ ਨੇ, ਤੁਸੀਂ ਗੱਲ ਕਰਦੇ ਪਏ ਸੀ ਕਿ ਉਹ ਵਾਲਾ MBBS ਡਾਕਟਰ ਵੀ ਨੇ ਤੇ ਹੋਰ ਵੀ ਨੇ, ਨੇਪਾਲ ਤੋਂ ਵੀ ਨੇ, ਇੰਦੌਰ ਤੋਂ ਵੀ ਨੇ। ਮਤਲਬ ਤੁਸੀਂ ਜਦੋਂ ਆਏ ਦੇ ਏਡੇ ਤੇ ਘਰ ਦੇ ਨੇ ਕੁਛ ਆਖਿਆ ਕਿ ਵੱਲ ਕਿਆ ਕਰਦੇ ਪਿਓ ਤੇ ਕਿਹੜੇ ਚ ਬੰਦੇ ਪਿਓ ਤੇ ਉੜੇ ਤੁਸੀਂ ਕਿਆ ਕਰੋ ਸੀ ਘਰ ਦੇ ਵਿੱਚ ਕਿਉਂ ਨਹੀਂ ਰਹਿੰਦੇ? ਤੇ ਉਹ ਗੱਲ ਕਿ ਨਹੀਂ ਸੀ ਆਖਿਆ ਹੀ ਕਰਦਿਆਂ ਨੇ। ਤੁਸੀਂ ਕੀ ਮਨਜ਼ੂਰੀ ਲਈ ਫਿਰ ਉਹਨਾਂ ਤੋਂ ਕਿ ਬਗਾਵਤ ਕਰਕੇ ਆਏ ਏਡੇ? ਨਹੀਂ ਜਿਵੇਂ ਮਾਂ ਪਿਓ ਭੇਜ ਦਿੰਦੇ ਨੇ ਬਾਲਾਂ ਕੋ ਫੌਰਨ। ਅੱਛਾ ਹਾਂ, ਉਹ ਬਾਹਰ ਵੀ ਭੇਜਨੇ ਆਉਂਦੇ ਕਿ ਨਹੀਂ? ਭੇਜ ਦੇਣ ਨਾ ਤਾਂ ਬਸ ਵੱਲ ਉਹਨਾਂ ਨੇ ਭਗਤੀਆਂ ਸੇ ਭੇਜ ਦਿੱਤੇ ਸਭ। ਇਹ ਬਟਾਲੇ ਤੋਂ ਆਏ ਨੇ। ਹਾਂਜੀ। ਉਹ ਕਿੱਥੋਂ ਨੇ? ਉਹ ਮੁੰਡਾ ਕੱਲ੍ਹ ਵਾਲਾ ਜਿਹੜਾ ਮਰਦੰਗ ਵਜਾ ਰਿਹਾ ਸੀ ਮੇਲੇ 'ਚ, ਬਨਾਰਸ ਤੋਂ? ਬਨਾਰਸ, ਝਾਰਖੰਡ ਤੋਂ। ਅੱਛਾ ਕਿੰਨੇ ਬੰਦੇ ਰਹਿੰਦੇ ਨੇ ਇੱਥੇ? ਤੇ ਟੋਟਲ ਹੋਣੇ 20-25 ਬੰਦੇ। ਅੱਛਾ ਮੇਰੇ ਕੋਲ ਸਭ ਤੋਂ ਨਾ ਕਮਾਲ ਲੱਗਿਆ ਜਿਹੜਾ ਇਹ ਕੱਚੇ ਘਰ ਦੇ ਵਿੱਚ ਤੁਸੀਂ ਰਹਿੰਦੇ ਹੋ ਤੇ ਇਹ ਕਿਹਨੇ ਬਣਾਏ ਤੇ ਕਿੰਨਾ ਮਤਲਬ ਕਿ ਕਿੰਨਾ ਟਾਈਮ ਲੱਗਿਆ? ਠੱਡੇ ਰਹਿੰਦੇ ਨੇ ਇਹਨਾਂ ਦੇ ਅੰਦਰ ਵੀ ਦੇਖੀਏ ਜਿਹੜਾ। ਹਾਂ ਚਲੋ ਇਹ ਬੂਟ ਤਾਰ ਦਈਏ? ਹਾਂਜੀ ਹਾਂ ਤੇ ਮੰਦਰ ਹੀ ਆ ਅੰਦਰ ਬੂਟ ਆਪਾਂ ਤਾਰ ਦਿੰਦੇ ਸਾਰੇ ਯਾਰ, ਰਮਨ ਤੁਸੀਂ ਵੀ ਤਾਰ ਦਿਓ। ਅੱਛਾ ਕੋ ਦਿਖਾਓ ਯਾਰ ਵੀ ਜ਼ਿੰਦਗੀ ਇਵੇਂ ਵੀ ਜੀ ਜਾਂਦੀ ਹੈ। ਤੇ ਅੱਛਾ ਤੁਸੀਂ ਡੇਲੀ ਰੂਟੀਨ ਕੀ ਹੈ ਡੇ ਸਵੇਰੇ ਤੋਂ ਲੱਗੇ ਸ਼ਾਮ ਤੱਕ? ਕਿਆ ਰੂਟੀਨ ਹੁੰਦਾ ਤੁਹਾਡਾ? 3-3:30 ਉੱਠ ਦੂੰ ਆਪਾਂ ਸਵੇਰੇ 3:30 ਵਜੇ? ਯਾਰ ਸਭ ਤੋਂ ਬੜਾ ਨਾ ਜਿਹੜਾ 3:30 ਵਜੇ ਉੱਠਦੇ ਆਪਾਂ, ਕਮਾਲ ਦੀਆਂ ਗੱਲਾਂ ਨੇ। ਹੁਣ ਤੁਹਾਡੀ ਬੋਲੀਏ ਅਸੀਂ ਉੱਠ ਪੈਂਦੇ ਹਾਂ, ਅਸੀਂ ਜਾਣੇ ਪਏ ਹਾਂ ਕਿਹਦੇ ਨਾਲ? ਉਹਦੇ ਨਾਲ ਖੜਿਆ ਏ, ਉਹ ਕਮਾਲ ਏ। ਹੁਣ ਤੁਸੀਂ ਆਪਣਾ ਅਸਲੀ ਦੇਸੀ ਸ਼ਹਿਰਾਂ ਦਾ ਡੀ ਜਿਹੜੇ ਸ਼ੁਰੂ ਹੁੰਦੇ ਨਾ, ਉੱਚੀ ਬੋਲੋ ਮਾੜਾ ਜਿਹਾ, ਮੇਰੇ ਕੋਲ ਹੈ ਨਾ ਆਵਾਜ਼। ਸ਼ਹਿਰਾਂ ਦਾ ਡੀ ਜਦੋਂ ਖਤਮ ਥਿੰਦੇ ਨਾ, ਸ਼ਹਿਰਾਂ ਦਾ ਡੀ ਜਦੋਂ ਖਤਮ ਹੁੰਦਾ ਅੱਧਾ ਥੀ ਵੰਦੇ ਸਮਝ ਗਏ ਨਾ, ਅੱਧਾ ਕਹਿੰਦਾ ਸਟਾਰਟਿੰਗ ਥਿੰਦੀ ਸਾਰਾ ਅੱਧਾ ਥੀ ਵੰਦੇ ਦੀ 8-8:30 ਸੌਂਬੋ ਨੂੰ 3-3:30 ਉੱਠਣੇ। ਕੀ ਬਾਤ ਹੈ। ਚਲੋ ਦਿਖਾਓ ਭਲਾ ਅੰਦਰ ਵੀ ਦਿਖਾਓ ਸਾਕੂ। ਜੁੱਤੀਆਂ ਦਾ ਇੱਥੇ ਤਾਰ ਹੀ ਦਿਓ ਸਾਰਾ। ਮਨ ਤੁਸੀਂ ਵੀ ਤਾਰ ਦਿਓ ਆਪਣੀਆਂ। ਇਹ ਆਪਣਾ ਜਿਹੜੇ ਹੁੰਦੇ ਇਹ ਪ੍ਰਾਰਥਨਾ ਇਹਦੇ ਅੰਦਰ ਮੰਦਰ ਹੈ। ਹਾਂ देखो सबका मंगल हो, सब निरोगी रहें, सभी सत्य का दर्शन करें, किसी को कोई दुख नहीं हो। दुख कब नहीं होगा? जब सत्य को जान लेंगे ना सब, तब सभी सुखी हो जाएंगे। वाह जी वाह। वैसे अंदर हनेरा है, अंदर वो मतलब लाइट के बिना मुश्किल है। अच्छा इतने ये मंदिर प्रार्थना होंगी उरे सवेरे आने तो भला? हाँ जी सवेरे आरती थी है। इधर आ जाओ। सवेरे आरती थी है कितने बजे? 4:30 बजे। अच्छा 4:30 बजे सारे उठते हैं? 3:30 बजे? अच्छा कितने बजे तक आरती चलती फिर? 5:15। हूँ तो 5:15 तो 7 बजे तक जप करें दिन।
ਜਪ ਦੇ ਵਿੱਚ ਕਿਆ ਹਰੇ ਹੁੰਦਾ? ਕ੍ਰਿਸ਼ਨ 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 ਹਰੇ ਹਰੇ ਜਿਵੇਂ ਸਿੱਖ ਧਰਮ ਦੇ ਵਿੱਚ ਸਤਨਾਮ ਵਾਹਿਗੁਰੂ ਹਾਂਜੀ ਇਦਾਂ ਹੀ? ਹਾਂ। ਠੀਕ ਹੈ। ਅੱਛਾ। ਉਸ ਤੋਂ ਬਾਅਦ ਜੋ ਜਿਹਦੀ ਸੇਵਾ ਹੈ, ਮੰਨ ਲਓ ਕਿਸੇ ਨੇ ਗਾਵਾਂ ਸੰਭਾਲਣੀਆਂ, ਕਿਸੇ ਨੇ ਕੁਕਿੰਗ ਕਰਨੀ ਹੈ, ਉਹ ਵੰਡਿਆ ਹੋਇਆ ਸਾਰਾ ਕੁਝ। ਹਾਂ, ਕਿਸੇ ਨੇ ਪੜ੍ਹਨਾ ਹੈ, ਜੋ ਜਿਹਦੀ ਸੇਵਾ ਵੰਡੀ ਹੋਈ ਹੈ, ਜਿਹਨੇ ਖੇਤੀ ਕਰਨੀ ਹੈ ਉਹ ਖੇਤੀ ਕਰੇਗਾ, ਜੋ ਸੇਵਾ ਜਿਹਦੀ ਵੰਡੀ ਹੋਈ ਹੈ ਉਹ ਆਪਣੀ ਸੇਵਾ ਦੇ ਵਿੱਚ ਲੱਗ ਬੰਦੇ। ਇਹ ਤਾਂ ਕਮਾਲ ਦਾ ਰੁਟੀਨ ਬਣਾਇਆ ਕਿ ਤਾਂ ਕਿ ਕਿਸੇ ਕੋਈ ਇਹ ਨਾ ਲੱਗੇ ਵਾਲਾ ਕਿ ਉਹਦਾ ਬੇਲਾ ਹੀ ਫਿਰਦਾ ਪਿਆ ਤੇ ਕੁਝ ਕੰਮ। ਕਿਉਂ ਕਰਕੇ ਖਾਲੀ ਦਿਮਾਗ ਸ਼ੈਤਾਨ ਦਾ ਘਰ ਹੁੰਦਾ ਨਾ ਕਹਿੰਦੇ, ਹਾਂ ਬਸ ਉਹ ਕੰਮ ਹੈ। ਹਾਂ, ਜੋ ਹੋਰ ਕਮਰੇ ਵੀ ਦਿਖਾਓ ਹੁੰਦੇ ਜਿਨ੍ਹਾਂ ਦੇ ਤੁਸੀਂ ਰਹਿੰਦੇ ਹੋ, ਹਾਂ, ਤੁਹਾਡੇ ਕੋਲ ਸਮਾਨ ਕਿਆ, ਕਿਉਂਕਿ ਅੱਜ ਕੱਲ੍ਹ ਪਤਾ ਕਿਆ ਹੈ ਘਰ ਦੇ ਵਿੱਚ, ਜਿਵੇਂ ਤੁਸੀਂ ਗੱਲ ਕਰਦੇ ਉਹ ਤੁਸੀਂ ਗੱਲ ਕਰਦੇ ਪਏ ਸੀ, ਤੁਹਾਡੇ ਨਾਲ ਦੂਜੀ ਬੋਲੀ ਕਿ ਘਰ ਦੇ ਫਰਿੱਜ ਚਾਹੀਦਾ ਹੈ, ਗੈਸ ਹੈ, ਤੇ ਉਹ ਆਪਣੇ ਵਾਸ਼ਿੰਗ ਮਸ਼ੀਨ ਹੈ, ਹੋਰ ਕਿਆ ਕਿਆ ਹੈ, ਸੋਫਾ ਹੈ, ਬੈੱਡ ਹੈ, ਏਸੀ ਹੈ, ਤੇ ਸਮਾਨ ਇੰਨਾ ਉਹ ਮੈਂ ਪਹਿਲੇ ਦੱਸ ਕੇ ਆਇਆ ਕਿ ਬੋਲਿਆ ਸੀ ਕਿ ਹਾਂ ਓਵਨ। ਲਓ ਜੀ, ਜਿਹੜੇ ਕਮਰੇ ਦੇ ਵਿੱਚ ਰਹਿੰਦੇ ਨੇ ਜਿਹੜੇ ਉਹ ਦਿਖਾਉਂਦੇ ਆ ਤੁਹਾਨੂੰ। ਆ ਜਾਓ ਇੱਧਰ। ਵਾਹ ਜੀ ਵਾਹ, ਬਸ ਇਹੋ ਸਮਾਨ ਹੈ। ਕਮਾਲ ਹੈ। ਇਹਦੇ ਸਮਾਨ ਕਿਹੜੇ? ਇਹ ਪੇਟੀ ਦੇ ਵਿੱਚ ਕਿਆ ਹੈ? ਇਹ ਚ ਗੱਦੇ ਵਗੈਰਾ ਰਾਤ ਨੂੰ ਸੌਣ ਲਈ, ਬਸ ਰਜਾਈ ਇਹ ਸਮਾਨ ਹੈ ਘਰ ਦਾ। ਹੋਰ ਬਸ ਘਰ ਦਾ ਸਮਾਨ ਹੈ। ਹਾਂ, ਇਹਦੇ ਤਰੇ ਬੰਦੇ ਰਾਵਣ ਇਹ ਕਿੱਦੇ ਸੁਣਦੇ, ਇਹ ਕਿੱਥਾਂ ਸੁਣਦੇ, ਇਹ ਕਿੱਦੇ ਸੁਣਦੇ। ਮੇਰਾ ਤਾਂ ਕੰਮ ਅਲਮੀਰਾ ਇਹ ਤਰੇ ਬੰਦੇ ਦੇ ਕੱਪੜੇ ਵੇਚਣ, ਦੋ ਧੋਤੀਆਂ, ਦੋ ਕੁੜਤੇ, ਇਹ ਸ਼ਾਲ ਪਾਤੀ, ਇਹ ਜੈਕਟ ਪਾਤੀ ਵੀ ਹੈ। ਇਹ ਤਾਂ ਕਮਾਲ ਹੈ। ਜੇ ਤੁਸੀਂ ਮੇਰੇ को आंखों 5 मिनट छोड़ने जगह भूचाल 5 ਮਿੰਟ ਬਾਅਦ ਵੈਸੀ। हाँ, मैंने इन तो पहले कहानी सुनाई है कि ਉਹ ਕਿਹੜੇ ਹੜ ਆ ਗਿਆ ਸੀ ਤੇ ਉਹ ਬੰਦੇ ਵੱਜਣ ਲੱਗੇ ਤੇ ਉਹ ਸਮਾਨ ਦਾ ਚੱਕਰ ਪੈ ਗਿਆ ਉਹਨੂੰ ਕਿ ਸਮਾਨ ਛੱਡੂ ਕਿ ਮੈਂ ਵੱਜਾਂ ਕਿ ਸਮਾਨ। ਤੇ ਗੱਲ ਤਾਂ ਇਹ ਹੈ ਨਾ ਕਿ ਐਸਾ ਸਮਾਨ ਅਸੀਂ ਇੰਨਾ ਭਰ ਲਿੱਤਾ ਹੈ ਕਿ ਹੁਣ ਮੈਨੂੰ ਲੱਗਦਾ ਹੈ ਵੀ ਸਮਾਨ ਛੱਡਣਾ ਔਖਾ ਹੈ। ਹਾਂ, ਸਾਡੇ ਮਸਲੇ ਸਾਡੇ ਘਰ ਦੇ ਵਿੱਚ ਇਹੀ ਸਮੱਸਿਆ ਹੁਣ ਮਤਲਬ ਸਮਾਨ ਹੀ। ਕਹਿੰਦੇ ਆ ਨਾ ਜਦੋਂ ਅਸੀਂ ਕਿਤੇ ਸਫ਼ਰ ਤੇ ਜਾਣਾ ਨਾ, ਵਾਧੂ ਸਮਾਨ ਨਹੀਂ ਲੈ ਕੇ ਜਾਈਦਾ। ਹਾਂ ਹਾਂ, ਤੇ ਕਹਿੰਦੇ ਆ ਜ਼ਿੰਦਗੀ ਵੀ ਇੱਕ ਸਫ਼ਰ ਹੈ। ਕੀ ਬਾਤ ਹੈ। ਇਸੇ ਸੰਸਾਰ 'ਚ ਅਸੀਂ ਆਏ ਆ ਤੇ ਇੱਕ ਦਿਨ ਇਹ ਸਫ਼ਰ ਖਤਮ ਹੋਣਾ ਹੈ ਤੇ ਅਸੀਂ ਜਿੰਨਾ ਸਮਾਨ ਇਕੱਠਾ ਕਰਾਂਗੇ ਤੇ ਜਦੋਂ ਸਟੇਸ਼ਨ ਆਣਾ ਤੇ ਸਮਾਨ ਚੱਕਦੇ ਸਟੇਸ਼ਨ ਲੰਘ ਜਾਣਾ ਤਾਂ ਅਸੀਂ ਟ੍ਰੇਨ 'ਚ ਹੀ ਰਹਿ ਜਾਣਾ। ਪਰ ਅਸੀਂ ਤਾਂ ਇੱਥੇ ਮੈਨੂੰ ਲੱਗਦਾ ਸਮਾਨ ਹੀ ਸਾਰਾ ਤਾਂ ਸਮਾਨ ਹੀ ਆ ਰਿਹਾ ਅੰਦਰ, ਖਾਣ ਦਾ ਸਮਾਨ ਸਾਰੇ ਘਰਾਂ 'ਚ। ਸਹੀ ਗੱਲ ਹੈ, ਕਮਾਲ ਹੈ। ਪਰ ਤੁਸੀਂ ਜਿਹੜੇ इंडस्ट्री चल रही है ना, ਹਾਂ जे सामान नहीं लेगा। ਇਹ ਮੈਂ ਕਦੇ ਵਾਲਾ ਸੋਚਦਾ ਸੱਚੀ, ਮੈਂ ਸਭ ਦਾ ਕਈ ਵਾਰ ਨਾ ਫਿਰ ਉਹ ਜਿਹੜੇ ਕਮੈਂਟ ਕਰਦੇ ਨੇ ਉਹ ਵਿੱਚੋਂ ਆਪਣਾ ਉਹ ਗਾਲਾਂ ਵੀ ਕੱਢ ਲੈਣੇ ਬੰਦੇ। ਪਰ ਮੇਰੇ ਕੋਲ ਲੱਗਦਾ ਯਾਰ ਕਈ ਵਾਰੀ ਕਿ ਯਾਰ ਅਸਾਂ ਜਿਹੜੀ ਬਿਜ਼ਨਸ ਕਰਦੇ ਆ, ਜਿਹੜੀ ਨੌਕਰੀ ਕਰਦੇ ਆ, ਤੇ ਹੁੰਦਾ ਮਤਲਬ ਕੀ ਹੈ? ਮਤਲਬ ਤਾਂ ਇਹ ਹੈ ਕਿ ਸਾਕੂ ਖੇਤ ਦੇ ਵਿੱਚੋਂ ਖਾਣਾ ਆਵੇ ਤੇ ਰਹਿਣ ਲਈ ਇੱਕ ਛੱਤ ਸੀਏ, ਤੇ ਹੁੰਦੇ ਬਾਅਦ ਦਿਮਾਗ ਨੂੰ ਰੋਸ਼ਨ ਕਰਨ ਵਾਸਤੇ ਸਾਡੇ ਕੋਲ ਸ਼ਬਦ ਹੋਵੇ, ਕਿਤਾਬ ਹੋਵੇ ਪੜ੍ਹਨ ਵਾਸਤੇ। ਤੇ ਪਹਿਲੇ ਸਾਡੇ ਬਾਬੇ ਸੀ, ਬਾਬਾ ਬੁੱਲੇ ਸ਼ਾਹ ਹੈ, ਬਾਬਾ ਵਾਰਾ ਸ਼ਾਹ ਹੈ, ਉਹ ਬਿਜ਼ਨਸ ਥੋੜਾ ਚਲਾਉਂਦੇ ਸੀ। ਬੁੱਲੇ ਸ਼ਾਹ ਦੀ ਇੱਕ ਮੈਂ ਤੁਹਾਨੂੰ ਸੁਣਾਉਣਾ। ਬੁੱਲੇ ਸ਼ਾਹ ਕਹਿੰਦਾ, ਬੁੱਲੇ ਸ਼ਾਹ ਸਭ ਝੂਠ ਨੂੰ ਵੇਖਣ, ਸੱਚ ਹੈ ਇੱਕ ਖੁਦਾਈ। ਬੁੱਲੇ ਸ਼ਾਹ ਸਭ ਝੂਠ ਨੂੰ ਵੇਖਣ, ਸੱਚ ਹੈ ਇੱਕ ਖੁਦਾਈ। ਰੱਬ ਨਾ ਪਾਇਆ ਵਿੱਚ ਦੁਨੀਆ ਦੇ, ਸਾਰੀ ਉਮਰ ਗਵਾਈ। ਕੀ ਬਾਤ ਹੈ। ਇਹ ਬੁੱਲੇ ਸ਼ਾਹ ਦੀ ਇੱਕ ਉਹ ਇਹਦਾ ਕਮਾਲ ਦੀ ਗੱਲ ਹੈ ਨਾ। ਹੁਣ ਬਾਬਾ ਬੁੱਲੇ ਸ਼ਾਹ ਨੇ ਕਿਹੜਾ ਉੜੇ ਕੋਈ ਮਾਲ ਖੋਲਿਆ ਸੀ ਐਸੇ ਤੇ ਉਹ ਲੋਕਾਂ ਨੂੰ ਗਾਹਕ ਪੈਸੇ ਸਮਾਨ ਵੇਚਦੇ ਖੜੇ ਆ। ਉਹਨਾਂ ਨੇ ਰੂਹ ਦੀ ਕਮਾਈ ਕੀਤੀ ਤੇ ਅਸੀਂ ਉਹਨੂੰ ਯਾਦ ਕਰਦੇ ਖੜੇ ਆ। ये छत है ना, हम्म। ये भी देखो जमीन तो बनी हुई है, जमीन तो इवें फूस जमीन तो पैदा थया, वो कट के बांस जमीन तो थिंदे, सारा कुछ मिट्टी जमीन तो है, सारा कुछ जमीन ही मिल बनने। लेकिन हुण इंडस्ट्री क्या पैदा करती भी है? सही है, प्लास्टिक पैदा सारा कुछ ही वही है। सीमेंट पेड़ वो पहाड़ कट्टी में धड़ाधड़। ਬਾਬਾ ਫਰੀਦ ਨੇ ਲਿਖਿਆ ਹੈ ਕਿ ਫਰੀਦਾ ਖਾਕ ਨਾ ਨਿੰਦੀ ਹੈ, ਖਾਕੂ ਜੇੜ ਨਾ ਕੋਏ, ਜੀਵਦਿਆਂ ਪੈਰਾਂ ਤਲਾ ਮੋਹਿਆਂ ਉੱਪਰ ਹੋਏ। ਕਿ ਜਦੋਂ ਅਸੀਂ ਜਿਉਂਦੇ ਆ ਤੇ ਉਹ ਪੈਰਾਂ ਦੇ ਤਲੇ ਥਿੰਦੀ ਹੈ ਹੇਠਾਂ, ਤੇ ਮਰ ਜਾਂਦੇ ਤੇ ਦਫਨ ਹੋ ਜਾਂਦੇ। ਬਾਬਾ ਜੀ ਮੁਸਲਮਾਨ ਉਹਦੇ ਸੀਗੇ ਤਾਂ ਕਦੇ ਦਫਨ ਦਿੰਦੇ ਤਾਂ ਉੱਪਰ ਪੈ ਜਾਂਦੀ, ਕਿ ਮਿੱਟੀ ਤੋਂ ਵੱਡਾ ਕੁਝ ਕੇ ਨਹੀਂ। ਬਾਬਾ ਜੀ ਨੇ ਲਿਖਿਆ। ਆਓ ਹੋਰ ਆਪਾਂ ਗੱਲਾਂ ਕਰੀਏ ਤੇ ਤੁਹਾਡੀ ਇਹ ਜਿਹੜਾ ਹੈਗਾ ਜਿਹੜੇ ਰੂਹ ਵਾਲੀਆਂ ਚੀਜ਼ਾਂ ਦੇਖੀਏ। इधर ਅੱਗੇ क्या है? ਅੱਗੇ ਸੇਮ ਹੀ ਆ, 2 ਕਮਰੇ ਅੱਗੇ ਨੇ। अच्छा, ਹਾਂ, ਅੱਗੇ ਵੀ ਕਮਰੇ ਹੀ ਨੇ? ਅੱਗੇ ਵੀ ਕਮਰੇ ਨੇ, ਪਾਰਕ ਛੋਟਾ ਜਿਹਾ ਬਸ। ਠੀਕ ਹੈ। ਅੱਛਾ, ਇਹ ਦਿੱਲੀ ਤੋਂ ਡਾਕਟਰ ਸਾਹਿਬ ਨੇ? ਹਾਂਜੀ, ਇਹ ਡਾਕਟਰ ਸਾਹਿਬ ਨੇ, MBBS ਡਾਕਟਰ ਨੇ। डॉक्टर साहब इधर आ जाओ, ਇੱਥੇ ਆ जाओ। इधर आ जाओ, हिंदी में आप टोटल हिंदी समझते हैं? तो कोई बात नहीं, आज इधर आ जाइए। ये MBBS डॉक्टर हैं और आगे से MS की हुई, सर्जरी की है, मास्टर की हुई सर्जरी में, बहुत पढ़े लिखे हैं। अच्छा, आप बताया आपने कहाँ से? दिल्ली से? हाँ जी, मैं दिल्ली से। आपने डॉक्टर आज ही डॉक्टर की आपने डॉक्टर की पढ़ाई की? हाँ, मैं सर्जन हूँ। अच्छा, किस चीज़ के सर्जन आप? जनरल सर्जन। जनरल सर्जन, MBBS MS। हाँ जी। अच्छा, फिर वो छोड़ के इधर आ गए, ये कैसे? मतलब कि
तो ये काफ़ी लोग ये क्वेश्चन पूछते हैं कि हमने इतना सब कुछ अपने पढ़ा और फिर सब कुछ छोड़ दिया, खर्चा हुआ होगा पढ़ाई पे सारा, खर्चा होता है, और फिर अब हम तो अपना टैलेंट हम अब समाज सेवा के लिए क्यों नहीं यूज़ करते अगर हम कुछ करना ही चाहते हैं। हाँ भाई, सर्जरी मुक्त वो का हम कोई सेवा करो। तो सबसे पहले तो यही है कि हमारे शास्त्र हमें यही बताते हैं कि एक्चुअली कि हम वास्तविक में हम अपनी बीमारी खुद नहीं देख पाते। मतलब जब तक हमने इतनी पढ़ाई की और इतनी डिग्रीज ली तो हमें लगता है कि हमें बहुत कुछ आता है, पर वास्तव में अगर हम सही ज्ञान अगर लें तो सबसे पहले ये समझ में आता है कि हम बाहर की बीमारी तो देख रहे हैं जो हमारे शरीर को लगी है, पर हम अपने मन की बीमारी नहीं देख पाते। और इसलिए शरीर को ठीक करने के लिए, शरीर का इलाज करने के लिए करोड़ों डॉक्टर हैं, पर चरित्र हम नहीं बना पाते। और इसीलिए सामाजिक अव्यवस्था है पूरी। हालांकि लोगों के पास पैसा है, बंगला है, गाड़ी है, सब चीजें हैं, पर डिप्रेशन है, बोलते डिप्रेशन है, पर मानसिक तौर से वो बीमार है। और मानसिक तौर से क्यों बीमार हैं? क्योंकि वह अपनी जड़ों तक आज तक वो जड़ों को नहीं समझ पाया। आयुर्वेद कहता है कि हमारी सारी बीमारी मन से आती है। हमारे गलत खान पान जो भी है, जो भी आज अपना जो जीवन शैली है, इतना सब कुछ पढ़कर भी अगर हम गलत जीवन शैली जी रहे हैं, अगर हम अपनी जड़ों तक नहीं, अपनी वैदिक संस्कृति को नहीं पहचान पा रहे, अगर हम अपने जीवन में उस ज्ञान को नहीं लगा पा रहे, तो उस ज्ञान का क्या फ़ायदा है ना? क्योंकि डॉक्टरी, हमने भी यही सोचा था कि डॉक्टरी पढ़ के हम लोगों का भला करेंगे, पर वो पॉसिबल नहीं है जब तक हम अपनी जड़ों को नहीं पहचान पाएंगे। जब तक आजकल बच्चे सब कुछ पढ़ लिख कर नास्तिक बन गए, और नास्तिक बनते ही ये प्रोपागेंडा है जो कि पाश्चात्य देश हमारे भारत में लेकर आए थे, हमारी जड़ों को कमज़ोर करने के लिए। पहले भी मैंने सवाल किया था, इनसे बात हो रही थी, कुछ लोग कहते हैं कि भगवान तो है ही नहीं, ऐसे लोगों को मूर्ख बनाया जा रहा है, ऐसा प्रचार भी करते हैं। उसका आपको कैसा लगता है? हाँ बिल्कुल, ऐसे कई हैं, और ये यूजुअली ऐसे लोग, नास्तिक लोग पहले भी थे, और ये खासकर ये इसको प्रमोट किया गया, वो जो साम्यवाद, जो कम्युनिज्म है, जिसमें कार्ल मार्क्स और ये सब आए थे, जो फिलोसोफर्स, जो दार्शनिक आए थे, तो उन्होंने बोला कि ये सब, इन्होंने भगवान इनकी काल्पनिक हैं, और ये सब तो उन्होंने बोला था, एक फ्रेज दिया था उन्होंने, ओपियम फॉर द मासेस, कि जिस प्रकार एक व्यक्ति नशे में अपने आप से अपना एक हवाई किला बना लेता है, उसी तरह ये लोग इन्होंने भगवान बना लिया, और इसको एक समाज को चलाने के लिए इन्होंने दिखाया कि ये भगवान है, ताकि लोग उसको फॉलो करें और एक समाज में एक व्यवस्था बैठ सके। पर ये सही नहीं है, क्योंकि वास्तव में अगर एक सरल, अगर एक सामान्य ज्ञान से भी हम देखा जाए कि इतनी बड़ी सृष्टि चल रही है, अगर आप एक कनक का एक दाना भी लें तो उसके अंदर भी पूरा प्लान है, वो पूरा एक बीज पूरा पेड़ बन सकता है, और उसमें पूरा विज्ञान है। हमारे शरीर में भी एक सेल है जो कि जिसको एक वैज्ञानिक आज तक अपने आप से नया बना नहीं पाया। वो उसको कॉपी कर सकता है पर बना नहीं पाया आज तक। मिट्टी जो सामग्री है जिससे वो एक्सपेरिमेंट करता है, जिससे वो विज्ञान की अपनी एक्सपेरिमेंट्स करता है, वो मिट्टी कहाँ से ली है उसने, वो मिट्टी किसने बनाई है, ये जल किसने बनाया है। इतनी सुंदर सृष्टि अगर किसी ने बनाई है तो यानी कि उसके पीछे कोई बनाने वाला भी तो होना चाहिए। ये विज्ञान इसका उत्तर हमें नहीं देता। अच्छा, मैं एक बात और कि आप घर से जब आप पढ़े इतना MBBS MS, उन्होंने बोलने के रहा इतना पैसा लग गया, आप कहाँ जा रहे हो? ऐसी कोई बात नहीं हुई? हाँ, ये शुरुआत में ही तो सबके साथ होता ही है, और हमारे साथ भी ऐसे ही हुआ कि उन्होंने बोला कि ये सब क्या कर रहे हो, ये तो बिल्कुल पागलपंती है, और तो ये तो ऐसा कहते हैं इन्होंने ब्रेन वॉश कर दिया है और ये गलत रास्ते पर जा रहे हैं। पर अगर हम गलत रास्ते पर जा रहे हैं तो फिर हमारी जो संस्कृति, हमारे इतने बड़े बड़े देश में, भारत में ही इतने बड़े बड़े संत हुए हैं जो कि पहले राजा महाराजा थे। भरत महाराज थे, तो सिद्धार्थ हुए हैं जो कि इतने बड़े राजा थे, इनके पास सब कुछ था। वो इतना अपना ऐशो आराम छोड़कर वो इस मार्ग पर क्यों चले? इतने बड़े बड़े संत इस मार्ग पर क्यों चले? अगर ये सब चीज़ गलत है, हमें अगर ये कोई दूसरा व्यक्ति करता है तो हम उसको अप्रिशिएट करते हैं जब किसी दूसरे के परिवार में होता है, या हम जब किताबों में पढ़ते हैं तो हम उनकी पूजा करते हैं।
पर जब हमारे अपने घर में होता है फिर गलत। तो हम कहते हैं इसका दिमाग खराब हो गया। ਸਹੀ ਹੈ। ਚਲੋ ਜੀ ਬਹੁਤ ਸ਼ੁਕਰੀਆ। ਉਧਰ ਨੂੰ ਵੀ ਚੱਲੀਏ। ਉਹ ਮੈਂ ਇੱਥੇ ਗਾਵਾਂ ਵੀ ਰੱਖਿਆ ਬਾਈ ਸਾਹੀਵਾਲ। ਆ ਜਾਓ ਦੇਖਦੇ ਹਾਂ ਕੇਸ਼ਵ ਜੀ। ਬਹੁਤ ਵਧੀਆ ਜੀ। ਵੈਸੇ ਗੱਲ ਇੱਦਾਂ ਹੈ ਵੀ ਕੋਈ ਗੋਕਲ ਜੀ ਆਪਣਾ ਨਾਮ ਹਾਂਜੀ। ਅਸਲ ਤਾਂ ਗੱਲ ਇੱਦਾਂ ਹੈ ਬਈ ਕੋਈ ਸਹਿਮਤ ਹੋਵੇ ਨਾ ਹੋਵੇ, ਪਰ ਮੈਨੂੰ ਇਸ ਗੱਲ ਦਾ ਬੜਾ ਆਨੰਦ ਹੈ ਵੀ ਯਾਰ ਉਰੇ ਜਿਹੜਾ ਕੱਚੇ ਕੋਠੇ ਹੈ ਉਹਦੇ 'ਚ ਰਹਿ ਕੇ ਬੜਾ ਆਨੰਦ ਹੈ। ਹਾਂ ਉਹ ਤੇ ਹੀ ਆਨੰਦ ਤੇ ਆਈ ਹੈ। ਮਿੱਟੀ ਹੈ ਜਿਹੜੀ ਬਹੁਤ ਸਾਰੀ ਬਿਮਾਰੀਆਂ ਦਾ ਇਲਾਜ ਵੀ ਹੈ। ਵੱਲ ਤੁਹਾਡੇ ਘਰ ਵਾਲੇ ਵੀ ਜਿਹੜੇ ਕਦੇ ਆਉਂਦੇ ਨੇ ਦੇਖਣ ਦੇ ਵੀ ਕਿਆ ਕਰਦੇ ਖੜੇ ਹੋ? ਰਹਿੰਦੇ ਉਰੇ। ਅੱਛਾ ਹਾਂ ਠੀਕ ਹੈ। ਕਿਉਂ ਕਰਕੇ ਹਰ ਸੰਡੇ ਨੂੰ ਇੱਥੇ ਪ੍ਰੋਗਰਾਮ ਹੁੰਦਾ ਹੈ। ਅੱਛਾ ਉਰੇ ਕੋਈ ਵੀ ਆ ਸਕਦਾ ਹੈ? ਹਾਂ ਕੋਈ ਵੀ ਸੰਡੇ ਨੂੰ ਕਿਆ ਸੰਡੇ ਨੂੰ ਕਿਆ ਥਿੰਦਾ ਹੈ? ਇਸ ਸੰਡੇ ਨੂੰ 11 ਤੋਂ 1 ਵਜੇ ਪ੍ਰੋਗਰਾਮ ਹੁੰਦਾ ਹੈ। ਮਤਲਬ ਉਹਦੇ ਕਥਾ ਚ ਦਾ ਲੈਕਚਰ ਹੁੰਦਾ ਹੈ ਕਥਾ। ਤੇ ਉਸ ਤੋਂ ਬਾਅਦ ਪ੍ਰਸ਼ਾਦ ਹੈ। ਅੱਛਾ ਕੋਈ ਆ ਸਕਦਾ ਹੈ ਹਾਂ। ਜਿਹੜੇ ਕੋਈ ਉਹ ਨਹੀਂ। ਹਾਂ ਹਾਂ ਬਿਲਕੁਲ 11 ਤੋਂ 1 ਹਿੰਦੇ ਵਿੱਚ ਇਹ ਹਿੰਦੇ ਕਮਰੇ ਜਿੰਨੇ ਚ ਮੰਦਰ ਹੈ ਉਹਦੇ ਪ੍ਰਾਰਥਨਾ ਹੁੰਦੀ ਹੈ ਉੱਥੇ ਹੀ? ਹਾਂਜੀ ਹਾਂਜੀ ਉੱਥੇ ਹੀ ਹੁੰਦੀ ਹੈ। ਠੀਕ ਹੈ। ਸੰਡੇ ਨੂੰ ਤੁਸੀਂ ਵੀ ਜਿਵੇਂ ਵੀ ਇਹ ਟਾਈਮ ਕੱਢ ਕੇ ਦੇਖ ਲਿਓ। ਕੋਈ ਗੱਲ ਨਹੀਂ ਜ਼ਰੂਰ ਆਵਾਂਗੇ। ਤੁਹਾਨੂੰ ਫੋਨ ਤੇ ਮੈਸੇਜ ਫੋਨ ਕਰਕੇ ਮੈਸੇਜ ਦੇਣਾ ਸੀਗਾ। ਅੱਛਾ ਇਹਦੇ ਗਾਵਾਂ ਕਿੰਨੀ ਗਾਵਾਂ ਰੱਖੀਆਂ ਨੇ? ਇਹ ਹੈ 7 ਗਵਾਂ 2 ਬੱਚੇ हैं मतलब 2 ਸਾਹੀਵਾਲ? हाँ साहिवाल है। ਯਾਰ ਸੱਚ ਮੈਂ ਕੋ ਮੈਂ ਤੋਂ ਯਾਦ ਕਰਾਵਾਂ ਹਿੰਦੇ ਵਿੱਚ ਚਲੋ ਯਾਦ ਰਹੇਗਾ। ਯਾਰ ਇਹ ਕੌਣ ਬਣਾ ਕੇ ਗਿਆ ਵਾਲ ਹਿੰਦੇ ਕਿੰਨੀ ਕਮਾਲ ਇਹ ਲੱਗਦਾ ਇਹ ਕਿਸੇ ਨੇ ਮਤਲਬ ਪਲਸਤਰ ਕੀਤਾ ਇਹ ਜਿਹੜੀ ਛੰਨ ਪਾਈ ਇਹ ਬਣਾਇਆ ਨਾ हाँ ਇਹ ਤਾਂ ਕਮਾਲ ਦੀ ਹੈ। ये वो कहाँ के कारीगर थे क्या ये जो बनाने वाले? ਇਹ ਗੋकुल ਜੀ ਕਿੱਥੋਂ ਸੀ ਇਹ? कारीगर मेरे ख्याल से वहाँ से हिमाचल से थे। ਬਹੁਤ ਕਮਾਲ ਬਣਾਇਆ। हिमाचल तो आया। हिमाचल से। ਇਹ ਛੋਟੂ ਕਿੱਥੋਂ ਆ ਜਾ से वो बताओ आ जाओ। हिंदी में बोल सकते हो। रांची से झारखंड। मृदंग बजाते ना मृदंग मेले 'ਚ ਵਜਾ ਰਹੇ ਸੀ ਮृदंग ਨਲਾਸ ਮੇਲੇ ਦੇ ਬਹੁਤ ਵਧੀਆ ਵਜਾਏ ਨੇ। ਇਹ ਸਬਜ਼ੀਆਂ ਆਪਣੀਆਂ ਆਪ? हाँ जी ये सारी अपनी आप। ਗਾਜਰਾਂ ਗੋਭੀ ਪਾਲਕ ਸਰੋਂ ਸਾਰਾ ਕੁਝ ਮਟਰ। हाँ ਉਹ ਕੀ ਹੈ ਉਧਰ ਉਹ ਵੀ ਬਣਿਆ ਗੈਸਟ ਹਾਊਸ ਨੇ? हाँ वो गेस्ट हाउस है। ਆ ਜਾਓ ਤਾਂ ਗੜਾ ਵੀ ਮਾਰੀਏ ਦਿਖਾਓ ਜਰਾ। ਅਸੀਂ ਇੱਥੇ ਆਪਣੇ ਗੈਸ ਵੀ ਯੂਜ਼ ਨਹੀਂ ਕਰਦੇ ਹਾਂ ਚੁੱਲ੍ਹੇ ਤੇ ਰੋਟੀ ਬਣਾਉਂਦੇ ਹਾਂ ਪੂਰੀ। ਬਹੁਤ ਵਧੀਆ। ਆਓ ਤੁਹਾਨੂੰ ਦਿਖਾਈਏ। ਪਹਿਲਾਂ ਖਾ ਕੇ ਗਏ ਸੀ ਚੌਲ। ਇਹ ਗੈਸਟ ਹਾਊਸ ਹੈ। ਅੱਛਾ ਕੀ ਬਾਤ ਹੈ। ਇਹ ਗਰਮੀ ਤਾਂ ਨਹੀਂ ਲੱਗਦੀ ਹੋਣੀ ਉਰੇ ਨਹੀਂ? ਨਾ ਨਾ ਗਰਮੀ ਦਾ ਗਾਲੀ ਕੰਮ ਹੀ ਵੀ ਨਹੀਂ। ਦਿਖਾਇਆ ਅੰਦਰੋਂ ਕੱਲ ਮੇਰੇ ਕੋ ਦਿਖਾਇਆ ਸੀ ਇਹਨਾਂ ਨੇ ਕੇਸ਼ਵ ਜੀ ਨੇ ਮੈਂ ਆਇਆ ਸੀ ਪਹਿਲਾਂ। ਵਾਹ ਜੀ ਵਾਹ। ਇਹ ਗੈਸਟ ਆਏ ਹੋਏ ਨੇ ਇੰਦੌਰ ਤੋਂ। ਅੱਛਾ ਕੋਈ ਰਹਿੰਦਾ ਹੈ? ਉਹੀ ਇੰਦੌਰ ਤੋਂ ਜਿਹੜੇ ਤੈਨੂੰ ਮਿਲੇ ਸੀ ਨਾ। ਹਾਂ ਅੱਛਾ ਇੰਦੌਰ ਤੋਂ ਜਿਹੜੇ ਆਏ ਨੇ ਉਹ ਹੀ ਵੀਡੀਓ ਹਾਂ, ਕਰਦੇ ਉਹ ਨੇ। ਗੈਸਟ ਹੋਏ ਨੇ। ਅੱਛਾ ਉਹਨਾਂ ਦਾ ਸਮਾਨ ਇਹ? ਇਹ ਉਹਨਾਂ ਦਾ ਸਮਾਨ ਹੈ। ਵਾਹ ਜੀ ਇਹ ਤਾਂ ਖੁਸ਼ਬੂ ਬਹੁਤ ਕਮਾਲ ਆ ਰਹੀ ਹੈ। ਹਾਂਜੀ ਇਹ ਕੀ ਚੱਕਰ ਹੈ? ਆਹਾ ਠੰਡੀ ਹਵਾ ਆਂਦੀ ਪਈ ਇਹ ਤੇ ਗਰਮੀ ਤਾਂ ਲੱਗਣੀ ਕਿ ਨਹੀਂ। ਰਾਤ ਨੂੰ ਮੈਨੂੰ ਦਿਖਾਇਆ ਅੰਦਰ ਦਿਖਾਇਆ ਸਾਰਾ। ਰਾਤ ਨੂੰ ਇਦਾਂ ਜੋਤ ਜਲਾਈ ਦੀ ਇਦਾਂ ਰਾਤ ਨੂੰ ਹੈ ਨਾ ਅੱਛਾ ਦੀਵਾ? ਇੱਥੇ ਦੀਵਾ ਬਾਲ ਕੇ ਰੋਸ਼ਨੀ ਕਰੀਦੀ ਜਿੱਦਾਂ। ਇਹ ਦੀਵਾ ਬਲਦਾ ਰਾਤ ਨੂੰ? ਹਾਂਜੀ ਗੈਸਟ ਦੀ ਸੇਵਾ ਤਾਂ ਕਰਨੀ ਪੈਂਦੀ ਹੈ। ਰਾਤ ਮੇਰਾ ਜੀ ਕਰਦਾ ਹੈ ਮੈਂ ਵੀ ਇੱਥੇ ਗੈਸਟ ਬਣ ਕੇ ਆਵਾਂ ਇੱਕ ਦਿਨ। ਰਾਤ ਨੂੰ ਇੱਥੇ ਲਾਈਟ ਨਹੀਂ ਦੇਈਦੀ ਅਸੀਂ ਗੈਸਟ ਨੂੰ ਵੀ ਨਹੀਂ ਲਾਈਟ ਦੇਈਦੀ ਉਹਨੂੰ ਵੀ ਕਹਿੰਦੇ ਆ ਤੁਸੀਂ ਯਾਰ ਰੂਲ ਹੈ ਵਿੱਤੀ ਨਹੀਂ ਯੂਜ਼ ਕਰਨੀ ਤੇ ਨਹੀਂ ਯੂਜ਼ ਕਰਨੀ। ਇਹ ਤੇਲ ਪਾਇਆ? ਖੁਸ਼ਬੂ ਨਾਲ ਸੇਵਾ ਹੈ। ਤੇਲ? ਤੇਲ ਨਾ ਸਰੋਂ ਦੇ ਤੇਲ ਨਾਲ ਸਰੋਂ ਦਾ ਤੇਲ ਆਪਣਾ ਖੇਤ 'ਚ ਸਾਰੀ ਚੀਜ਼ ਆਪਾਂ ਸਾਨੂੰ ਪ੍ਰਕਿਰਤੀ ਦੇ ਰਹੀ ਹੈ ਅਸੀਂ ਫਿਰ ਕਿਉਂ ਕੰਮ ਕਰੀਏ ਹੈਨਾ। ਚੌਲ ਕਣਕ ਹੈਨਾ ਗਾਈ ਤੋਂ ਦੁੱਧ ਘਿਓ ਮੱਖਣ ਸਬਜ਼ੀਆਂ ਆਪਣੇ ਇੱਥੇ ਉਗ ਯਾਰ ਜਾਂਦੀਆਂ। ਮੈਂ ਨਾ ਕਦੇ ਕਦੇ ਗੱਲ ਕਰਦਾ ਹੁੰਦਾ ਬਹੁਤ ਸਾਰੇ ਲੋਕ ਪਾਉਂਦੇ ਆ ਰੌਲਾ। ਪਹਿਲਾਂ ਵੀ ਗੱਲ ਕਰ ਰਿਹਾ ਸੀ ਇਹ ਤਾਂ ਕਹਿੰਦਾ ਜੀ ਬੇਲੜ ਮਹਿਕਮਾ ਹੈ ਇਹ ਜ਼ਿੰਦਗੀ ਤੋਂ ਭੱਜੇ ਹੋਏ ਲੋਕ ਹੈ। ਤੇ ਮੈਂ ਗੱਲ ਕਰਦਾ ਹੁੰਦਾ ਵੀ ਪੱਛਮ ਦੇ ਵਿੱਚ ਤਾਂ ਫਿਰ ਸਾਰੇ ਕੁਛ ਹੈ ਨਾ ਰੱਜੇ ਹੋਏ ਆ 18 ਘੰਟੇ ਕੰਮ ਕਰ ਰਹੇ ਤੇ ਸਭ ਤੋਂ ਵੱਧ ਡਿਪਰੈਸ਼ਨ ਦੀ ਦਵਾਈ ਇਸ ਟਾਈਮ ਇੰਗਲੈਂਡ 'ਚ ਅਮਰੀਕਾ ਤੇ ਕੈਨੇਡਾ 'ਚ ਵਿਕ ਰਹੀ ਹੈ। ਫਿਰ ਉਹ ਸਾਰਾ ਕੁਝ ਕਿਉਂ ਹੈ? ਸਵਾਲ ਤਾਂ ਇਹ ਵੀ ਜੇਕਰ ਉਹ ਕੰਮ ਕਰਦੇ ਆ ਚੀਜ਼ਾਂ ਦਾ ਢੇਰ ਲੱਗ ਗਿਆ ਇਸ਼ਾਰਾ ਕਰਦੇ ਆ। ਸਟੀਫਨ ਹਾਕਿੰਗ ਪਿੱਛੇ ਮਰਿਆ ਜਿਹੜਾ ਉਹ ਕੰਪਿਊਟਰ ਤੇ ਰਹਿੰਦਾ ਸੀ ਸਾਇੰਟਿਸਟ ਸੀ ਬਹੁਤ ਵੱਡਾ। ਹਾਂਜੀ ਹਾਂਜੀ ਉਹ ਇਹ ਗੱਲ ਕਹਿ ਕੇ ਗਿਆ ਕਹਿੰਦਾ ਵੀ ਮਨੁੱਖਤਾ ਨਾ ਹੁਣ ਤਕਨੀਕ ਨਾਲ ਤਬਾਹ ਹੋਣੀ ਹੈ। ਅੱਛਾ ਰੋਜ਼ ਜਿੰਨੀ ਹੁਣ ਇੱਕ ਉਹ ਆਰਟੀਫੀਸ਼ੀਅਲ ਇੰਟੈਲੀਜੈਂਟ ਆ ਗਈ ਵੀ ਕਾਰ ਆਪਣੇ ਆਪ ਚਲੇਗੀ। ਹਾਂਜੀ ਹਾਂਜੀ ਸਾਰਾ ਮੌਤ ਦਾ ਸਮਾਨ ਹੈ। ਹੁਣ ਬੰਦੇ ਬਹੁਤ ਸਾਰੇ ਪਤਾ ਕਹੇਂਗੇ ਉਹ ਥਮੇ ਜਿਹੜੇ ਕੈਮਰੇ ਚੱਕੀ ਫਿਰ ਰਹੇ ਆ ਵੀ ਤਾਂ ਸਾਇੰਸ ਹੈ। ਉਹ ਤਰਕ ਸੋਸਾਇਟੀ ਜਿਵੇਂ ਬਹੁਤ ਕੰਮ ਕਰਿਆ ਉਹ ਬਹੁਤ ਰਾਗ ਲਾਪਾਂ ਇਸ ਤਰ੍ਹਾਂ ਦਾ। ਅਸਲ ਮੈਂ ਤਾਂ ਇਹ ਸਾਰਾ ਕੁਝ ਤਾਂ ਦਿਖਾਣਾ ਪਿਆ ਕਿਉਂਕਿ ਉਹ ਅਸੀਂ ਚੀਜ਼ਾਂ ਗਵਾ ਬੈਠੇ ਆ। ਨਹੀਂ ਤਾਂ ਕਿਸੇ ਕੈਮਰੇ ਦੀ ਵੀ ਲੋੜ ਨਹੀਂ ਤੀ ਜੇਕਰ ਆਪਾਂ ਉਹੀ ਜ਼ਿੰਦਗੀ ਜਿਉਂਦੇ ਹੁੰਦੇ ਜਿਹੜੀ ਵਿੱਚ ਆਨੰਦ ਤਾ। ਸੋ ਠੀਕ ਹੈ ਬਾਈ ਬੜਾ ਕਮਾਲ ਹੈ ਜੀ। ਮੈਂ ਆਵਾਂ ਔਰ ਕਿਸੇ ਦਿਨ ਜ਼ਰੂਰ ਆਓ ਜੀ। ਆ ਦੀਵਾ ਪਾਲ ਕੇ ਰਹਿਣ ਵਾਲਾ ਤਾਂ ਹੁਣ ਬਾਬਾ ਇਹ ਟਾਈਮ ਤਾਂ ਹੁਣ ਤਾਂ ਹੈ ਹੀ ਨਹੀਂ। ਉਹ ਤੇ ਹੈ। ਬਹੁਤ ਵਧੀਆ। ਇਹ ਭਾਈ ਸਾਹਿਬ ਕਹਾਂ ਸੇ ਆਪ ਵੀ ਆ ਜਾਓ।
असम से। आइए। असम में गया, डिब्रूगढ़, गुवाहाटी, लामडिंग, हाँ जी, एक और है बदरपुर। इधर आ जाओ लामडिंग के पास से हूँ मैं। यार, बढ़िया सेहत है यार, मैं तो ठीक बिल्कुल। देख कैसे हो नाम की है थोड़ा पंजाबी समझे? हाँ नहीं, आपका नाम क्या है? शोरूप बनिक, शोरूप। असम से आप इधर आए हाँ जी। कितना टाइम हो गया? लगभग 8-9 महीने। इधर उधर नहीं, वो अपने ब्रांच उधर नहीं असम? नहीं, इधर कैसे आए? इतनी राजपुरा और गए, पटियाला कहीं जगह नहीं गए? प्रभु जी का ऑनलाइन वीडियो क्लास सुन के, अच्छा लेक्चर देते थे प्रभु जी, अच्छा। तो उनका क्लास सुन के यहाँ पे आया। वहाँ क्या करते थे आप? पढ़े हैं? बिजनेस करते थे। हाँ जी। बिजनेस छोड़ दिया? हाँ जी। घर वाले नहीं बोले कि किधर जाओ? हाँ बोल रहे भगवान की सेवा में जा रहे, ठीक, उधर से आए। ठीक है जी, बहुत बढ़िया। चलो जी, लंगर वो बनता। ये सारे गेस्ट हाउस ही हैं कि इन्हें च रहंदे बंदे? ये सारे गेस्ट हाउस हैं, अच्छा, ये 3-4 गेस्ट हाउस हैं। क्या बात। ਇਹਨਾਂ ਨੂੰ ਬਣਾਉਣ 'ਚ ਕਿੰਨਾ ਟਾਈਮ ਲੱਗ ਗਿਆ? ਜਿਹੜੇ ਆ ਮਕਾਨ ਆ ਸਾਰਾ ਕੁਝ ਲੱਗ ਹੀ ਗਿਆ 2-3 ਸਾਲ ਲੱਗੇ ਨੇ। ਅੱਛਾ, ਇਹਦਾ ਸਾਰਾ ਫਿਰ ਖਰਚਾ ਪਾਣੀ ਮਤਲਬ ਕਿੱਥੋਂ ਚੱਲਦਾ ਇਹ ਜਿਹੜਾ ਮਿਸ਼ਨ ਇਸ ਤਰ੍ਹਾਂ ਸਾਰਾ ਕੁਝ? ਖਰਚਾ ਪਾਣੀ ਕੀ ਹੈ? ਕੁਝ ਵੀ ਨਹੀਂ ਹੈਗਾ ਖਰਚਾ ਪਾਣੀ। ਵੈਸੇ ਆ ਤਾਂ ਇੱਥੋਂ ਬਣਦਾ, ਜ਼ਮੀਨ ਤਾਂ ਲਈ ਜਦੋਂ। ਜ਼ਮੀਨ ਐਸਕੋਨ ਬਾਰੇ ਥੋੜਾ ਜਿਹਾ ਰਹਿ ਗਿਆ ਵੀ ਐਸਕੋਨ ਕਿਆ ਚੀਜ਼ ਹੈ? ਉਹ ਇਸਕੋਨ ਜਿਹੜਾ ਆਪਾਂ ਗੱਲ ਕਰ ਰਹੇ ਕੱਲ, ਉਹਦੇ ਬਾਰੇ ਦੱਸੋ ਮਾੜਾ ਜਿਹਾ। ਮੈਂ ਦੱਸ ਰਿਹਾ ਸੀ, ਇਸਕੋਨ ਸ਼੍ਰੀਲ ਪ੍ਰਭੂਪਾਦ ਜੀ ਨੇ। ਪ੍ਰਭੂਪਾਦ ਜੀ ਇਹਦਾ ਮੇਨ ਕਿੱਥੇ ਹੈ? ਕਲਕੱਤੇ ਹੈ? ਹਾਂਜੀ, ਪ੍ਰਭੂਪਾਦ ਜੀ ਕਲਕੱਤੇ ਦੇ ਰਹਿਣ ਵਾਲੇ ਸੀ ਤੇ ਉਹਨਾਂ ਨੇ ਕਾਫੀ ਪੜ੍ਹੇ ਲਿਖੇ ਸੀ ਤੇ ਉਹਨਾਂ ਦੇ ਜਿਹੜੇ ਗੁਰੂ ਭਗਤੀ ਸਿਧਾਂਤ ਸਰਸਵਤੀ ਠਾਕੁਰ ਜੀ, ਉਹਨਾਂ ਤੋਂ ਜਦ ਮਿਲੇ ਹੋ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਕਾਫੀ ਪੜ੍ਹੇ ਲਿਖੇ ਹੋ ਤੇ ਬ੍ਰਿਟਿਸ਼ ਯੂਨੀਵਰਸਿਟੀਜ਼ ਤੋਂ ਉਹਨਾਂ ਨੇ ਡਿਗਰੀ ਲਈ ਹੋਈ ਸੀ। ਤਾਂ ਉਹਨਾਂ ਨੇ ਕਿਹਾ, ਪ੍ਰਭੂਪਾਦ ਜੀ ਨੇ ਕਿਹਾ ਕਿ ਸਾਡਾ ਦੇਸ਼ ਹੈ ਜੀ ਹਜੇ ਗੁਲਾਮ ਹੈ ਅੰਗਰੇਜ਼ਾਂ ਦਾ। ਅਸੀਂ ਪਹਿਲੇ ਅੰਗਰੇਜ਼ਾਂ ਤੋਂ ਆਪਣਾ ਦੇਸ਼ ਨੂੰ ਆਜ਼ਾਦ ਕਰੀਏ, ਫਿਰ ਆਪਾਂ ਭਗਤੀ ਵਾਲੇ ਪਾਸੇ ਜਾਵਾਂਗੇ। ਪਹਿਲੇ ਸਾਡਾ ਦੇਸ਼ ਹੀ ਗੁਲਾਮ ਹੈ ਤੇ ਭਗਤੀ ਕਰਨ ਦਾ ਕੀ ਫਾਇਦਾ? ਤਾਂ ਉਹਨਾਂ ਦੇ ਗੁਰੂ ਨੇ ਕਿਹਾ ਕਿ ਦੇਸ਼ ਤੇ ਚਾਹੇ ਗੁਲਾਮ ਹੋਵੇ ਤੇ ਭਾਵੇਂ ਆਜ਼ਾਦ ਹੋਵੇ, ਇਹ ਇਨਸਾਨ ਤੇ ਹਮੇਸ਼ਾ ਆਪਣੇ ਕਾਮ ਵਾਸਨਾ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦਾ ਗੁਲਾਮ ਰਹੇਗਾ। ਉਸ ਤੋਂ ਤੇ ਮੁਕਤ ਨਹੀਂ ਹੋਏਗਾ ਨਾ। ਇਸ ਕਰਕੇ ਭਗਵਾਨ ਦੀ ਜਿਹੜੀ ਭਗਤੀ ਹੈ ਉਹ ਵੇਟ ਨਹੀਂ ਕਰਦੀ ਕਿ ਅਸੀਂ ਦੇਸ਼ ਆਜ਼ਾਦ ਹੋਣ ਤੋਂ ਬਾਅਦ ਭਗਤੀ ਕਰੀਏ। ਇਸ ਕਰਕੇ ਉਹਨਾਂ ਨੇ ਕਿਹਾ ਕਿ ਤੁਸੀਂ ਕਾਫੀ ਪੜ੍ਹੇ ਲਿਖੇ ਹੋ ਤੇ ਤੁਸੀਂ ਵੇਦਾਂ ਦਾ ਗਿਆਨ, ਭਗਵਦ ਗੀਤਾ ਦਾ ਗਿਆਨ ਅੰਗਰੇਜ਼ੀ 'ਚ ਅਨੁਵਾਦ ਕਰੋ, ਅੰਗਰੇਜ਼ੀ 'ਚ ਲਿਖੋ ਤੇ ਪ੍ਰਚਾਰ ਕਰੋ ਪੂਰੀ ਦੁਨੀਆ 'ਚ। ਫਿਰ ਉਹਨਾਂ ਨੇ ਅਮਰੀਕਾ, ਨਿਊਯਾਰਕ ਦੇ ਵਿੱਚ ਜਾ ਕੇ ਗੀਤਾ ਦਾ ਪ੍ਰਚਾਰ ਕੀਤਾ, ਵੇਦਾਂ ਦਾ ਪ੍ਰਚਾਰ ਕੀਤਾ। ਤੇ ਫਿਰ ਉੱਥੇ ਉਹਨਾਂ ਨੇ ਇੱਕ, ਹੁਣ ਜਦੋਂ ਵੱਡੀ ਸੁਸਾਇਟੀ ਖੁੱਲ੍ਹਣੀ ਸੀ, ਵੱਡਾ ਜਦੋਂ ਮਿਸ਼ਨ ਸ਼ੁਰੂ ਹੋਣਾ ਸੀ ਪੂਰੇ ਜਦੋਂ ਵਿਸ਼ਵ 'ਚ ਉਹਨਾਂ ਨੇ ਪ੍ਰਚਾਰ ਕਰਨਾ ਤੇ ਇੱਕ ਉਹਨਾਂ ਨੂੰ ਸੁਸਾਇਟੀ ਚਾਹੀਦੀ ਇਸਟੈਬਲਿਸ਼ ਕਰਨਾ, ਤਾਂ ਉਹਨਾਂ ਨੇ ਇੱਕ ਸੰਸਥਾ ਬਣਾਈ, ਇਸਕੋਨ, ਅੰਤਰਰਾਸ਼ਟਰੀ ਕ੍ਰਿਸ਼ਨ ਭਾਵਨਾ ਅੰਮ੍ਰਿਤ ਸੰਘ। ਇਸਕੋਨ ਦਾ ਮਤਲਬ ਇੰਟਰਨੈਸ਼ਨਲ ਸੁਸਾਇਟੀ ਫੋਰ ਕ੍ਰਿਸ਼ਨਾ ਕੌਂਸ਼ੀਅਸਨੈਸ, ਕਿ ਕ੍ਰਿਸ਼ਨਾ ਭਗਵਾਨ ਦੇ ਪ੍ਰਤੀ ਜਿਹੜੀ ਭਾਵਨਾ ਹੈ ਉਹ ਆਪਣੀ ਡਿਵੈਲਪ ਕਰਨੀ ਹੈ, ਆਪਣੇ ਅੰਦਰ ਪ੍ਰਗਟ ਕਰਨੀ ਹੈ ਕਿ ਭਗਵਾਨ ਦੇ ਪ੍ਰਤੀ ਸਾਡਾ ਕੀ ਰਿਸ਼ਤਾ ਹੈ, ਭਗਵਾਨ ਦੇ ਪ੍ਰਤੀ ਸਾਡਾ ਕੀ ਇੱਕ ਕਹਿ ਲਈਏ ਕਿ ਕੀ ਕਹਾਂਗੇ। ਚਲੋ ਮੰਨ ਲਿਆ ਆਪਾਂ ਵੀ ਉਹਦੇ ਨਾਲ ਮੋਹ ਤੰਦ ਜੁੜਦੀ ਹੈ। ਹਾਂ, ਤੇ ਫਿਰ ਉਹਨਾਂ ਨੇ ਇਸਕੋਨ ਦਾ ਨਾਮ ਲਿੱਤਾ ਕਿ ਜਿੱਥੋਂ ਪਤਾ ਚੱਲਦਾ ਕਿ ਅਸੀਂ ਭਗਵਾਨ ਦੇ ਪ੍ਰਤੀ ਆਪਣੀ ਭਾਵਨਾ ਪ੍ਰਗਟ ਕਰਨੀ ਹੈ ਆਪਣੇ ਅੰਦਰ, ਉਹਦਾ ਮਤਲਬ ਇਸਕੋਨ। ਖੈਰ ਆਪਣਾ ਕੇਸ਼ਵ ਜੀ, ਮੁੱਕਦੀ ਗੱਲ ਇਹ ਹੈ, मैं 2-3 बोलियाँ बोल रहे हैं भाई। बात न्यू है भाई, चाहे कोई ना कि बातां गल कोई हो सका भी, बहुत सारे बंदे ਜਿਹੜੇ सहमत नहीं होंगे, सहमत है, सारी दुनिया अलग अलग है। पर मैं जी बात कहना चाਹਾਂ भी उरे ਜਿਹੜਾ ਅਸਲ में ज़िंदगी जी रहे थे, मैं मान लो भी ਆਪਾਂ ਕਿਸੇ के ਵਿਚਾਰਾਂ ਨਾਲ ਨਹੀਂ ਸਹਿਮਤ, ਪਰ ਮੈਂ ਇੱਕ ਗੱਲ ਕਹਿਣਾ ਚਾਹਾਂ ਵੀ ਜਿਹੜੀ ਉਰੇ ਵੀ ਆ ਕੱਚੇ ਕੋਠੇ ਹੈ ਨਾ, ਇਹ ਤਾਂ दुनिया तरसा हालीवुड के बड़े बड़े एक्टर राजस्थान में आकर झुग्गियां में रह रहे हैं। अच्छा, क्योंकि डिप्रैशन है इन्ना अमरीका में, हाँ जितने ज़्यादा डिवेलपमेंट है उत्थे डिप्रैशन है, क्योंकि मशीन है जितने सारा कुछ है। सो बई जे किसी ने आनंद लेना हो, जिस तरह ने दस रहे थे केशव जी भी उरे एतवार को आ सका, राजपुरे के लबै नहर है पबरी वाली, इसके लबै जोड़ा है बनया वा आश्रम को हो जो मर्जी, तो बड़ा आनंद है जी उरे। मैंने चौल खाए थोड़ी देर पहले, गाय वाला देसी साहीवाल का दुध भी आ, गाय की बात चल रही थी, मैंने कोई बंदा कह रहा भी 70 किलो दुध है गए। मैं कहा गैं घास ਨੂੰ ਤਾਂ ਫਿਰ ਦੁੱਧ ਵਾਲਾ ਟੈਂਕ ਹੈ ਵੀ ਆਪਣੇ ਲਾਤੀ ਮਸ਼ੀਨ ਕੱਢੀ ਜਾਓ, ਨਕਲੀ ਸਾਰਾ ਕੁਛ, ਤੇ ਉੱਥੇ ਤੇ ਤਬਾਹੀ ਮਚ ਰਹੀ ਹੈ। ਤੇ ਬਈ ਇੰਨਾ ਹੀ ਠੀਕ ਹੈ ਜੀ, ਬਹੁਤ ਧੰਨਵਾਦ। ਹਮੇ ਆਉਂਦੇ रहेंगे ਵਾਲਾ ਸਾਂ ਜਿਹੜੇ ਆਮਦੇ ਰਹਿਣਾ ਜੀ, ਐਤਵਾਰ ਕੋ ਆਵਾਂਗੇ ਵਾਲ ਕੋਈ ਕਮਾਲ ਨਹੀਂ 11 ਤੋਂ 1 ਵਜੇ ਤੱਕ
ਇੱਕ ਡੂ ਤ੍ਰੈ ਤੇ ਕਮਾਲ ਦੀਆਂ ਗੱਲਾਂ ਨੇ। ਤੇ ਬਹਾਲਪੁਰੀ ਬੋਲੀ ਮੈਨੂੰ ਬਹੁਤ ਚੰਗੀ ਲੱਗਦੀ ਹੈ, ਪਰ ਮੈਂ ਬੜਾ ਦੁੱਖ ਮਨਾਉਂਦਾ ਜਦੋਂ ਹਿੰਦੀ ਬੋਲਦੇ ਘਰ ਦੇ ਵਿੱਚ। ਤੇ ਉਹ ਮੈਂ ਦੱਸਿਆ ਸੀਗਾ ਕਿ ਉਹ ਇੱਕ ਜਨਾਨੀ ਸਾਡਾ ਦੋਸਤ ਦਿਨੇਸ਼ ਕੁਮਾਰ, ਉਹਦੀ ਘਰ ਵਾਲੀ ਕਹਿੰਦੀ ਕਿ ਜੇ ਤੁਸੀਂ ਬੋਲੀ ਬਚਾਉਣੀ ਨਾ, ਜਦ ਜਿਹੜੇ ਕਲਾਸ ਸਕੂਲ ਦੇ ਵਿੱਚ ਨਿਆਣੇ ਪੜ੍ਹਦੇ ਨੇ, ਹੁਣ ਉਹ ਇੱਕ ਪੀਰੀਅਡ ਹੋਣਾ ਚਾਹੀਦਾ ਵੀ ਹੁੰਦੇ ਵਿੱਚ ਤੂੰ ਆਪਣੇ ਘਰ ਦੀ ਬੋਲੀ ਬੁਲਾਉਣੀ ਹੈ। ਬਹਾਵਲਪੁਰੀ ਹੋਵੇ, ਭਾਵੇਂ ਪੁਆਧੀ ਹੋਵੇ, ਮਾਝੀ ਹੋਵੇ, ਕੋਈ ਬੋਲੀ ਹੋਵੇ, ਉਹ ਬੁਲਾਉਣੀ ਹੈ। ਪਰੋੜੇ ਕਹਿੰਦੇ ਖੜੇ ਨਹੀਂ ਤੁਸੀਂ ਅੰਗਰੇਜ਼ੀ ਬੋਲੋ ਜਾਂ ਹਿੰਦੀ ਬੋਲੋ, ਉਹ ਬੈ ਨੇ ਬਾਕੀ ਬੋਲੀ ਤੁਹਾਡੀ ਬੋਲੀ ਮਰਦੀ ਵੀ ਹੈ ਸਕੂਲ 'ਚ। ਸੋ ਅੱਜ ਦੇ ਸਮੇਂ 'ਚ ਬਈ ਮਸਲਾ ਉਹੀ ਹੈ ਵੀ ਧਰਤੀ ਵੱਲ ਮੁੜਿਆ ਜਾਵੇ ਤੇ ਭਗਤੀ ਵੱਲ ਮੁੜਿਆ ਜਾਵੇ। ਵਾਹ, ਹਰ ਇੱਕ ਦੇ ਆਪਣੇ ਉਹ ਨੇ ਤੇ ਕਮਾਲ ਦੀਆਂ ਗੱਲਾਂ ਨੇ। ਤੇ ਮੇਰਾ ਖਿਆਲ ਹੈ ਜਿਨ੍ਹਾਂ ਨੇ ਕਿਸੇ ਨੇ ਥੋੜ੍ਹਾ ਜੀ ਕਰੇ ਤਾਂ ਗੇੜਾ ਮਾਰ ਜਿਓ। ਜੇ ਕਦੇ ਕਾਰ ਜਾਂ ਵੱਡੀ ਕੋਠੀ ਜਾਂ ਸੋਫੇ ਦੇ ਵਿੱਚ ਤੁਹਾਨੂੰ ਡਿਪਰੈਸ਼ਨ ਹੋ ਜਾਏ ਤਾਂ ਮਿੱਟੀ ਵਾਲੇ ਘਰ ਮਾ ਰਹਿਣਾ ਆ ਜਿਓ। ਹਰੇ ਕ੍ਰਿਸ਼ਨ ਹਰੇ ਕ੍ਰਿਸ਼ਨਾ। ਹਰੇ ਕ੍ਰਿਸ਼ਨ। ਵਾਹ ਜੀ ਵਾਹ।